कूकदी मोर बोल दे, कोयल कूकदी मोर बोल दे, कितों बदली वरदी आवे, नी काली काली पैर पट लै, तियां लगियां बोड़ दी छावें, नी काली काली पैर पट लै। स्वागत प्रोग्राम गल्लां ते गीत। मैं हाँ नवजोत कौर। डी पंजाबी दे इस प्रोग्राम जिन्हों तुसी बड़ा ही ज़्यादा प्यार करते हो, मान इज्जत ते इहदे नाल नाल तुरदे हो, इहदे विचों बहुत सारियां जिहियां गल्लां ने जिहड़ियां तुसी जाणदे हो ते जे नहीं पता हुंदियां ते जाण के फिर अपने आप नूं जागरूक करदे हो। आला दुआला महकिया खिड़िया खिड़िया लगदा है। रुत्तां एक तो बाद दूसरी अपने नाल कई सुनेहे लैके आउंदियां। सो ये रुत्तां जिहड़ियां ने मैं शुरुआत 'च ही तुहानूं दस दित्ता, नी काली काली पैर पट लै, तियां लगियां बोड़ दी छावें। ਉਹ ਪਿੱਪਲ ਉਹ ਬੋੜ ਆਵਾਜ਼ਾਂ ਪਏ ਮਾਰਦੇ ਨੇ ਸਾਉਣ ਦੇ ਮਹੀਨੇ 'ਚ ਉਚੇਚੇ ਤੌਰ 'ਤੇ। ਤੀਆਂ ਦਾ ਤਿਉਹਾਰ, ਤੀਆਂ ਤੀਜ ਦੀਆਂ, ਇਹਦੇ ਪਿੱਛੇ ਕੀ ਇਤਿਹਾਸ ਲੁਕਿਆ, ਕਿਉਂ ਮਨਾਉਂਦੇ ਆ, ਕਿਵੇਂ ਮਨਾਈਆਂ ਜਾਂਦੀਆਂ, ਦਿਲਾਂ ਦੇ ਚਾਅ ਰੀਝਾਂ, ਇਹ ਸਾਰੇ ਦੇ ਸਾਰੇ ਇੱਕ ਵੱਡੀ ਸਾਰੀ ਚੰਗੇਰ 'ਚ ਪਾ ਕੇ ਤੇ ਫਿਰ ਉਹਨੂੰ ਹੁਲਾਰੇ ਦੇਈਦੇ ਆ, ਤਾਂ ਕਿ ਸਾਡੇ ਮਨ ਦੇ ਜਿਹੜੇ ਵਲਵਲੇ ਨੇ, ਭਾਵ ਨੇ, ਇਹਨਾਂ ਨੂੰ ਥੋੜ੍ਹੀ ਜਿਹੀ ਸੰਤੁਸ਼ਟੀ ਮਿਲ ਜਾਵੇ। ਜਿਉਣ ਦਾ ਜ਼ਿੰਦਗੀ 'ਚ ਮਕਸਦ ਨਿਰਾਪੁਰਾ ਇਹ ਨਹੀਂ ਦਿਨ ਚੜ੍ਹਿਆ, ਕੰਮ ਕੀਤੇ, ਰਾਤ ਪਈ ਤੇ ਸੌਂ ਗਏ। ਕੁਝ ਬਾਤਾਂ ਲਿਖਣੀਆਂ, ਕੁਝ ਇਬਾਰਤਾਂ ਘੜਨੀਆਂ ਤੇ ਆਪਣੇ ਆਪ ਨੂੰ, ਆਪਣੇ ਵਜੂਦ ਨੂੰ ਲੱਭਣਾ ਤੇ ਫਾਵੇ ਹੋ ਨੱਚਣਾ, ਇਹ ਵੀ ਜ਼ਿੰਦਗੀ ਦਾ ਇੱਕ ਮਕਸਦ ਹੈ। ਤੇ ਇਹ ਰੁੱਤਾਂ, ਇਹ ਤਿੰਨ ਤਿਉਹਾਰ ਇਹ ਮਕਸਦ ਨੂੰ ਲੱਭਣ 'ਚ ਸਾਡੀ ਮਦਦ ਕਰਦੇ ਨੇ। ਅੱਜ ਦੇ ਇਸ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਤੀਆਂ ਤੀਜ ਦੀਆਂ ਬੜੇ ਸ਼ਾਨ ਦੇ ਨਾਲ, ਬੜੇ ਮਾਣ ਦੇ ਨਾਲ ਤੁਹਾਡੇ ਤੀਕ ਪਹੁੰਚਾਵਾਂਗੇ। ਇਹਦੇ ਇਤਿਹਾਸ ਨੂੰ ਕਿਵੇਂ ਮਨਾਉਣਾ ਹੈ, ਕਿਵੇਂ ਸਾਰੀਆਂ ਤਿਆਰੀਆਂ ਹੁੰਦੀਆਂ ਨੇ, ਉਹਦੇ ਵਾਸਤੇ ਖਾਸ ਤੌਰ ਦੇ ਉੱਤੇ ਮਾਹਿਰ ਮਹਿਮਾਨ ਹੈ ਇਸ ਵੇਲੇ ਸਟੂਡੀਓ ਦੇ ਵਿੱਚ ਤਸ਼ਰੀਫ ਫਰਮਾ ਨੇ। ਆਓ ਤੁਹਾਨੂੰ ਮਿਲਾਉਂਦੇ ਹਾਂ ਜੀ ਉਹਨਾਂ ਦੇ ਨਾਲ। ਡਾਕਟਰ ਤੇਜਿੰਦਰ ਕੌਰ, ਰਿਟਾਇਰਡ ਪ੍ਰੋਫੈਸਰ, ਗੁਰੂ ਨਾਨਕ ਦੇਵ ਰੀਜਨਲ ਕੈਂਪਸ ਲੱਦੇਵਾਲੀ ਜਲੰਧਰ ਤੋਂ, ਲੇਖਕਾ, ਸਾਹਿਤਕਾਰ, ਪੰਜਾਬੀ ਮਾਂ ਬੋਲੀ ਦੀ ਗੜੁੱਚ ਸ਼ਖਸੀਅਤ, ਸੱਭਿਆਚਾਰ ਨੂੰ ਘੁੱਟ ਗਲਵਕੜੀ ਪਾ ਕੇ ਸਾਂਭਣ ਵਾਲੀ, ਸਵਾਰਨ ਵਾਲੀ ਇੱਕ ਸ਼ਖਸੀਅਤ। ਮੈਮ ਤੁਹਾਡਾ ਬਹੁਤ ਬਹੁਤ ਸਵਾਗਤ। अच्छा, शुक्रिया बहुत बहुत नवजोत। सब तो पहला बहुत प्यारी बच्ची है, मेरी अपनी स्टूडेंट रही है, मैंने बहुत कुछ याद आ गया तेन देख के, पुराना पुराना कल किन्ना चिर तो बाद आपां मिले अज। जी जी। ते ਤੀਆਂ ਦਾ ਤਿਉਹਾਰ ਤੇ ਤੀਆਂ ਦੇ ਬਾਬਤ ਤੁਹਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਮੈਮ ਇਹੀ ਦੱਸੋ ਸਾਰਿਆਂ ਨੂੰ, ਅਸੀਂ ਤੀਆਂ ਤੀਜ ਦੀਆਂ ਕਹਿੰਦੇ ਆ। ਹਾਂ, ਇਹ ਤੀਆਂ ਤੀਜ ਦੀਆਂ ਇਹ ਸ਼ਬਦ ਜਿਹੜਾ ਹੈ ਨਾ, ਇਹ ਸਾਡੇ ਕੋਸ਼ 'ਚ ਕਿਵੇਂ ਆਇਆ? ਤੀਆਂ ਤੀਜ ਦੀਆਂ ਜੀ, ਕਿਉਂਕਿ ਤੀਆਂ ਤੀਜ ਦੀਆਂ ਇਸ ਲਈ ਕਹਿੰਦੇ ਆ ਕਿਉਂਕਿ ਸਾਉਣ ਦੇ ਮਹੀਨੇ ਦੀ ਤੀਜੀ ਤਿੱਥ ਨੂੰ ਜੀ ਤੀਆਂ ਸ਼ੁਰੂ ਹੁੰਦੀਆਂ ਜੀ, है ना। पहले जो साउण का महीना होंदा है ਉਹਦੀ ਤੀਜੀ ਤਿੱਥ, जी है एकम दूज ते उस तो बाद तीजी तिथ। ते एक ते तीजी तिथ करके तीयां तीज दियां कहने आपां इन्हां नूं। दूसरा जिहड़ा तीन शब्द है, तृतीय, जो संस्कृत का शब्द भी है, तृतीय तो ਉਹਦਾ मतलब भी तीन है, तीन तो बनदा है ना। सो इस करके तीयां तीज दियां इन्हां नूं तां करके भी तीजी तिथ ते मतलब जो चंद आउंदा है, ਇਹਦਾ ਸੰਬੰਧ ਚੰਦਰਮਾ ਦੇ ਨਾਲ ਹੈ ਬਹੁਤਾ। ਜਿਵੇਂ ਚੰਦਰਮਾ ਦੇ ਨਾਲ, ਜਿਵੇਂ ਚੰਦਰਮਾ ਚੜ੍ਹਦਾ ਤੇ ਹੌਲੀ ਹੌਲੀ ਵੱਧਦਾ ਪੁੰਨਿਆ ਤੱਕ ਪਹੁੰਚਦਾ ਜੀ, ਹੈ ਨਾ। ਸੋ ਇਸ ਤਰੀਕੇ ਨਾਲ ਸ਼ੁਰੂਆਤ ਜਿਹੜੀ ਹੈ ਇੱਥੋਂ, ਕਿਉਂਕਿ ਪਹਿਲਾਂ ਜਿਹੜੀਆਂ ਤੀਆਂ ਨੇ ਉਹ ਤੀਆਂ, ਇੱਕ ਤਾਂ ਪਹਿਲੀ ਗੱਲ ਤਾਂ ਜਿਹੜੀ ਮੈਂ ਕਹਿਣੀ ਜ਼ਰੂਰੀ ਹੈ ਕਿ ਉਹ ਧੀਆਂ ਦਾ ਤਿਉਹਾਰ ਹੈ ਜੀ, ਹੈ ਨਾ। ਤੀਆਂ ਦੇ ਵਿੱਚ ਧੀਆਂ ਜਿਹੜੀਆਂ ਸਭ ਮਤਲਬ ਪੇਕੇ ਗਈਆਂ, ਪਹਿਲਾਂ ਛੋਟੀ ਛੋਟੀ ਕੁੜੀਆਂ ਨੂੰ ਵਿਆਹ ਦਿੰਦੇ ਸੀ ਜੀ ਜੀ, ਹੈ ਨਾ। ਉਹ ਹੱਸਦੀਆਂ ਖੇਡਦੀਆਂ ਤੀਆਂ ਮਨਾਉਂਦੀਆਂ, ਉਹਨਾਂ ਨੂੰ ਛੋਟੀ ਛੋਟੀਆਂ ਵਿਆਹ ਤਾ ਤੇ ਆਪਣੇ ਸਹੁਰੇ ਘਰ ਚਲੇ ਗਈਆਂ ਜੀ। ਤੇ ਜਦੋਂ ਸਹੁਰੇ ਘਰ ਜਾਂਦੀਆਂ ਸੀ ਤੇ ਉਹ ਇੱਕਦਮ ਪਹਿਲਾ ਸਾਉਣ ਜਿਹੜਾ ਹੁੰਦਾ ਸੀ, ਜੀ ਜੀ, ਤੇ ਉਦੋਂ ਉਹਨਾਂ ਦਾ ਜੀ ਕਰਦਾ ਸੀ ਕਿ ਮੁੜ ਕੇ ਆਪਣੇ ਸਹੇਲੀਆਂ ਨੂੰ ਮਿਲੀਏ, ਮੁੜ ਕੇ ਉਹਨਾਂ ਦੇ ਨਾਲ ਗਿੱਧਾ ਪਾਈਏ, ਨੱਚੀਏ, ਤੇ ਉਹ ਮਨਾਉਂਦੀਆਂ। ਸੋ ਇਸ ਕਰਕੇ ਪਹਿਲੀਆਂ ਤੀਆਂ ਜਿਹੜੀਆਂ, ਪਹਿਲਾ ਸਾਉਣ ਜਿਹੜਾ, ਉਦੋਂ ਉਹਨਾਂ ਨੂੰ ਜਾ ਕੇ ਉਹਨਾਂ ਦੇ ਜਿਹੜੇ ਭਰਾ, ਮਤਲਬ ਜਦੋਂ ਸ਼ੁਰੂ ਹੁੰਦਾ ਸੀ ਮਹੀਨਾ, ਉਹ ਲੈ ਕੇ ਆਉਂਦੇ ਸੀ। ਜਿਵੇਂ ਤੂੰ ਤਾਂ ਗਾਉਣੀ, ਮੈਨੂੰ ਤਾਂ ਆਉਂਦਾ ਨਹੀਂ ਗਾਉਣਾ, ਪਰ ਜਿਵੇਂ ਨਾ ਮਹੀਨਾ ਸਾਉਣ ਦਾ, ਤੀਆਂ ਦੇ ਨੇੜੇ ਦਿਨ ਨੇੜੇ,
ਨੀ ਕੱਲੀ ਮਾਏ ਵੱਡੇ ਵੀਰ ਨੂੰ ਜੀ। ਨਿਤ ਕਾਗ ਉਡਾਉਣੀਆਂ ਬਨੇਰੇ ਨੀ ਕੱਲੀ ਮਾਏ ਵੱਡੇ ਵੀਰ ਨੂੰ ਹੈ। ਸੋ ਇਸ ਤਰ੍ਹਾਂ ਕੁੜੀਆਂ ਜਿਹੜੀਆਂ ਉਡੀਕਦੀਆਂ ਸੀ ਉਹ ਮਾਵਾਂ ਆਪਣੇ ਪੁੱਤਰ ਨੂੰ ਉਹਦੇ ਭੈਣ ਦੇ ਭਰਾ ਨੂੰ ਘੱਲਦੀਆਂ ਸੀ ਵੀ ਉਹਨੂੰ ਜਾ ਕੇ ਲੈ ਆ ਹੈ ਨਾ। ਤੇ ਉਹ ਜਦੋਂ ਲੈ ਕੇ ਆਉਂਦੇ ਸੀ ਭਰਾ ਉਹਨਾਂ ਨੂੰ ਵੀਰ ਲੈ ਕੇ ਆਉਂਦੇ ਸੀਗੇ ਵੱਡੇ ਉਹਨਾਂ ਨੂੰ ਤੀਆਂ ਪਹਿਲੇ ਤਿਉਹਾਰ ਤੇ ਛੋਟੇ ਤੇ ਉਦੋਂ ਕੁੜੀਆਂ ਫਿਰ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਜਾ ਕੇ ਮਿਲਦੀਆਂ ਕਰਕੇ ਫਿਰ ਉਸ ਤੋਂ ਬਾਅਦ ਇੱਕ ਦਿਨ ਤੀਆਂ ਦਾ ਏਕਮ ਦੇ ਦਿਨ ਤੋਂ ਜਿਵੇਂ ਪਹਿਲਾਂ ਲੈ ਕੇ ਸਰ ਚੜਿਆ ਸੌਣ ਉਸੇ ਵੇਲੇ ਲੈ ਕੇ ਲੈ ਆਉਂਦੇ ਸੀਗੇ। ਫਿਰ ਪਹਿਲੇ ਦਿਨ ਤਿਆਰੀਆਂ ਫਿਰ ਦੂਜੇ ਦਿਨ ਮਹਿੰਦੀ ਲਾਉਣੀਆਂ। ਮਹਿੰਦੀ ਵੀ ਜਿਹੜੀ ਪੁਰਾਣੇ ਦਿਨਾਂ ਦੇ ਵਿੱਚ ਮਹਿੰਦੀ ਜਿਹੜੀ ਸੀ ਉਹ ਅੱਜ ਕੱਲ ਤੇ ਹੈ ਨਾ ਤੁਹਾਨੂੰ ਪਤਾ ਕਿੰਨਾ ਕੁਛ ਡਿਜ਼ਾਈਨ ਉਦੋਂ ਤਾਂ ਰਾਤ ਨੂੰ ਮਹਿੰਦੀ ਇੰਜ ਮੂੰਹ ਚ ਆਪੇ ਘੋਲ ਕੇ ਤੇ ਮੁੱਠ ਚ ਮੁੜ ਕੇ ਸੌ ਜਾਂਦੀਆਂ ਸੀ ਤੇ ਸਵੇਰ ਨੂੰ ਆਪਣੇ ਆਪ ਹੀ ਬੜੀ ਸੋਹਣੀ ਮਹਿੰਦੀ ਚੜ ਜਾਂਦੀ ਸੀ ਤੇ ਬਹੁਤ ਵਧੀਆ ਗੂੜਾ ਰੰਗ ਚੜਦਾ ਸੀਗਾ। ਤੇ ਉਹ ਕਹਿੰਦੀਆਂ ਸੀ ਜਿਹਦਾ ਜ਼ਿਆਦਾ ਰੰਗ ਗੂੜਾ ਹੋਵੇ ਉਹਦਾ ਸੱਸ ਨਾਲ ਜ਼ਿਆਦਾ ਪਿਆਰ ਹੁੰਦਾ। ਸੋ ਜਿਹੜੀਆਂ ਮਤਲਬ ਸੱਸਾਂ ਜਿਹੜੀਆਂ ਸੀਗੀਆਂ। ਅੱਛਾ ਦੂਸਰੀ ਗੱਲ ਇੱਕ ਤੁਹਾਨੂੰ ਇਹ ਵੀ ਹੋਣਾ ਇਹਦੇ ਨਾਲ ਵਹਿਮ ਵੀ ਜੁੜੇ ਆ ਬੜੇ ਹੈ ਨਾ ਵੀ ਜਿਵੇਂ ਤੀਆਂ ਦੇ ਨਾਲ ਇਹ ਹੁੰਦਾ ਸੀ ਵੀ ਸੱਸ ਨੂੰ ਮੱਥੇ ਨਹੀਂ ਲੱਗਦੀਆਂ। ਅੱਛਾ ਜੀ ਹੈ। ਸੋ ਮੈਂ ਇਹ ਸਮਝਦੀ ਹਾਂ ਵੀ ਉਦੋਂ ਇਹ ਵਹਿਮ ਜਿਹੜਾ ਉਹ ਕਿੱਥੋਂ ਆਇਆ ਹੋਣਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸ਼ੁਰੂ ਦੀ ਪਹਿਲੀਆਂ ਦੀ ਗੱਲਾਂ ਕਰਦੇ ਆਪਾਂ ਕਿ ਉਦੋਂ ਜਿਹੜਾ ਸੀ ਸੱਸਾਂ ਤੇ ਨੂੰਹਾਂ ਜਿਹੜੀਆਂ ਸਭ ਤੋਂ ਜ਼ਿਆਦਾ ਸੱਸ ਹੀ ਉਡੀਕਦੀ ਆ ਜੇ ਲੜਾਈ ਝਗੜੇ ਸੱਸਾਂ ਨਾਲ ਹੀ ਬਹੁਤੇ ਹੁੰਦੇ ਆ ਤੇ ਸੱਸਾਂ ਨੂੰ ਕੰਮ ਦਾ ਲਾਲਚ ਹੁੰਦਾ ਵੀ ਮਤਲਬ ਇਹਨਾਂ ਨੂੰ ਨਹੀਂ ਘੱਲਣਾ ਜਾਂ ਕਿੱਦਾਂ ਹੈ ਨਾ ਤੇ ਉਹ ਫਿਰ ਇੱਕ ਵਹਿਮ ਹੀ ਬਣਾਤਾ ਵੀ ਸੱਸ ਨੂੰ ਮੱਥੇ ਨਹੀਂ ਲੱਗਦੀਆਂ ਹੈ ਨਾ। ਸੋ ਇਸ ਕਰਕੇ ਇਸੇ ਬਹਾਨੇ ਵੀ 4 ਦਿਨ ਪੇਕੇ ਕੱਟਿਆ ਪੇਕੇ ਉਹ ਜਿਹੜੀ ਜਦੋਂ ਪਤਾ ਲੱਗ ਸੱਸ ਤੇ ਭਾਰੂ ਹੁੰਦੀ ਆ ਕਿਨੂੰ ਵੀ ਇਨਸਾਨ ਦੇ ਮਹੀਨੇ ਮੱਥੇ ਨਹੀਂ ਲੱਗਦੀਆਂ ਉਹ ਜਿਹੜੀ ਰੋਕਦੀ ਆ ਵੀ ਕੰਮ ਕਰ ਤਾਂ ਰੋਕਦੀ ਨਾ ਵੀ ਮੇਰਾ ਕੰਮ ਕੌਣ ਕਰੂ ਤੇ ਉਹ ਪਹਿਲਾਂ ਕਹਿੰਦੀ ਵੀ ਇਹਨੂੰ ਵੀ ਜਾਓ ਛੱਡ ਆਓ ਜਾਂ ਉਹਨੂੰ ਉਹਦੇ ਵੀਰ ਨੂੰ ਕੋਈ ਆ ਕੇ ਲੈ ਜਾਏ ਹੈ ਨਾ। ਸੋ ਇਸ ਕਰਕੇ ਤੀਜ ਦੀਆਂ ਤੇ ਤੀਜੀ ਤਿਥ ਤੋਂ ਜਾਂ ਤ੍ਰੀਏ ਤੋਂ ਮਤਲਬ 3 ਦਾ ਭਾਵ ਹੀ ਹੈ ਤੇ ਉਹ ਜਿਹੜਾ ਇਸ ਕਰਕੇ ਉਹ ਤੀਆਂ ਨੂੰ ਤੀਜ ਦੀਆਂ ਕਹਿ ਦਿੰਦੇ ਤੀਜੀ ਤਿਥ ਨੂੰ ਮਨਾਈਆਂ ਜਾਂਦੀਆਂ। ਇਹ ਤੀਆਂ ਸਾਡੇ ਸੱਭਿਆਚਾਰ ਦੇ ਵਿੱਚ ਨਾ ਇੱਕ ਬੜੇ ਖਾਸ ਮਹੱਤਵ ਰੱਖਦੀਆਂ। ਹਾਂ ਬਿਲਕੁਲ ਬਿਲਕੁਲ ਹਾਂ ਵੀ ਵਿਆਹੁੰਦੜਾਂ ਜਿਹੜੀਆਂ ਨੇ ਨਵੀਆਂ ਵਿਆਹੀਆਂ ਤੁਸੀਂ ਉਹਨਾਂ ਦੀ ਗੱਲ ਹੁਣੇ ਛੋ ਲਈ ਵੀ ਉਹ ਆਪਣੇ ਪੇਕੇ ਘਰੀ ਆਉਂਦੀਆਂ ਨੇ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਉਧਰ ਦਾ ਮਾਹੌਲ ਜਿਹੜਾ ਹੈ ਉਹਨੂੰ ਆ ਕੇ ਉਹਨਾਂ ਦੇ ਨਾਲ ਬਿਆਨ ਕਰਦੀਆਂ ਨੇ ਗੱਲ ਕਰਦੀਆਂ ਨੇ ਕੋਈ ਖੱਟੀ ਮਿੱਠੀ ਉੱਥੋਂ ਦੀ ਜਿਹੜੀ ਬਾਤ ਹੈ ਉਹ ਸੁਣਾਉਂਦੀਆਂ ਨੇ ਕੰਤ ਕਿਹੋ ਜਿਹਾ ਏ ਉਹਦੇ ਬਾਰੇ ਗੱਲਾਂ ਕਰਦੀਆਂ ਨੇ। ਫਿਰ ਸ਼ਾਮਾਂ ਨੂੰ ਇਕੱਠੀਆਂ ਹੋ ਕੇ ਪਿੱਪਲ ਵਾਲੀਆਂ ਬੋਹੜ ਦੇ ਹੇਠਾਂ ਤੀਆਂ ਲੱਗਦੀਆਂ ਨੇ। ਤੇ ਇਹ ਜਿਹੜੀਆਂ ਤੀਆਂ ਦੀ ਤਿਆਰੀ ਹੈ ਇਹ ਸ਼ੁਰੂ ਤੋਂ ਲੈ ਕੇ ਵੀ ਕਿੱਦਾਂ ਉਲੀਕਦੀਆਂ ਨੇ ਕਿਵੇਂ ਕਰਦੀਆਂ ਨੇ ਇਹਦੇ ਬਾਰੇ ਵੀ ਜ਼ਰੂਰ ਸਾਨੂੰ ਖੁਲਾਸੇ ਨਾਲ ਦੱਸੋ। ਤੀਆਂ ਦੇਖੋ ਆਪਣੇ ਵੱਖਰੇ ਪਿੰਡਾਂ ਵਿੱਚ ਵੱਖਰੇ ਤਰੀਕੇ ਨਾਲ ਮਨਾਈਆਂ ਜਾਂਦੀਆਂ ਹੈ ਨਾ ਤਾਂ ਉਹਨਾਂ ਦੇ ਰਿਵਾਜ ਵੀ ਵੱਖਰੇ ਹੁੰਦੇ ਆ। ਕਈ ਤੇ ਪਿੰਡਾਂ ਦੇ ਵਿੱਚ ਜਿਵੇਂ ਨਿੱਕੇ ਪਿੰਡ ਆ ਉੱਥੇ ਤੇ ਕੋਈ ਬਹੁਤ ਜ਼ਿਆਦਾ ਤਿਆਰੀਆਂ ਨਹੀਂ ਹੁੰਦੀਆਂ ਬਸ ਇਕੱਠੀਆਂ ਹੋ ਕੇ ਨੱਚਣ ਚਲੇ ਗਈਆਂ ਤੇ ਕਈ ਵੱਡੇ ਜਿਹੜੇ ਪਿੰਡ ਹੁੰਦੇ ਨੇ ਜਿੱਥੇ ਕਾਫੀ ਜ਼ਿਆਦਾ ਅਮੀਰ ਲੋਕ ਵਸੋਂ ਵੀ ਹੈ ਮੇਰ ਵੀ ਹੈ ਉੱਥੇ ਤੇ ਖਾਸ ਕਰਕੇ ਨਾ ਇੱਕ ਫੁਲਕਾਰੀ ਤਾਣ ਕੇ ਇਕੱਠੀਆਂ ਹੋ ਕੇ ਕੁੜੀਆਂ ਤੇ ਜਿਹੜੀਆਂ ਉਹ ਇੱਕ ਉੱਪਰੋਂ ਦੀ ਫੁਲਕਾਰੀ ਕਿਉਂਕਿ ਫੁਲਕਾਰੀ ਬਾਗ ਫੁਲਕਾਰੀ ਜਿਵੇਂ ਸਾਡੇ ਸੱਭਿਆਚਾਰ ਦੇ ਵਿੱਚ ਹੈ ਨਾ ਰੇਜੇ ਰੰਗਣੇ ਹੈ ਨਾ ਰੇਜਾ ਰੰਗ ਦੇ ਮਾਇਨੇ ਸੂਹੇ ਰੰਗ ਦਾ ਕੱਢੂੰਗੀ ਮੈਂ ਫੁਲਕਾਰੀਆਂ ਹੈ ਨਾ ਤੇ ਉਹ ਫੁਲਕਾਰੀਆਂ ਜਿਹੜੀਆਂ ਕੱਢਦੀਆਂ ਸੀ ਫੁਲਕਾਰੀ ਤੇ ਮਤਲਬ ਫੁੱਲ ਦੂਰ ਪਏ ਉਹਨੂੰ ਫੁਲਕਾਰੀ ਕਹਿੰਦੇ ਆ ਜਿਹੜਾ ਨਾਲ ਜਿਹਦੇ ਤੋਂ ਰੇਜਾ ਵੀ ਨਾ ਦਿਸੇ ਰੰਗਿਆ ਰੇਜਾ ਵੀ ਨਾ ਦਿਸੇ ਨਾਲ ਉਹਨੂੰ ਬਾਗ ਕਹਿੰਦੇ ਆ। ਸੋ ਬਾਗ ਫੁਲਕਾਰੀਆਂ ਉੱਪਰ ਤਾਣ ਕੇ ਇਕੱਠੀਆਂ ਹੋ ਕੇ ਗਾਉਂਦੀਆਂ ਆਪਣੇ ਨਗਰ ਖੇੜੇ ਦੀ ਆਪਣੇ ਪਿੰਡ ਦੀ ਸੁੱਖ ਮੰਗਦੀਆਂ ਆਪਣੇ ਪਿੰਡ ਦੀ ਜੂਹ ਤੋਂ ਬਾਹਰ ਕਿਤੇ ਬੋੜਾਂ ਤੇ ਪਿੱਪਲਾਂ ਦੀ ਛਾਵੇਂ ਜਾ ਕੇ ਤੀਆਂ ਲਾਉਂਦੀਆਂ ਸੀ ਰਸਤੇ 'ਚ ਗਾਉਂਦੀਆਂ ਜਾਂਦੀਆਂ ਸੀ ਆਪਣੇ ਕਈ ਤਰ੍ਹਾਂ ਦੇ ਗੀਤ ਜਿਹਦੇ ਨਾਲ ਕਿ ਇਕੱਠੀਆਂ ਹੋ ਕੇ ਕਿਤੇ ਚਾਹ ਹੁੰਦਾ ਸੀਗਾ ਤੀਆਂ ਦਾ ਕਿਉਂਕਿ ਉਦੋਂ ਮਨੋਰੰਜਨ ਦੇ ਸਾਧਨ ਵੀ ਇੰਨੇ ਨਹੀਂ ਸੀ ਹੁੰਦੇ। ਸੋ ਇਸ ਤਰ੍ਹਾਂ ਇਕੱਠੇ ਹੋ ਕੇ ਇੱਕ ਤੇ ਪਿੰਡ ਦੀ ਧੀ ਜਿਹੜੀ ਉਹ ਸਾਰੇ ਪਿੰਡ ਦੀ ਧੀ ਹੁੰਦੀ ਸੀ ਸੋ ਧੀਆਂ ਇਕੱਠੀਆਂ ਹੋ ਕੇ ਤੀਆਂ ਲਾਉਂਦੀਆਂ ਸੀ ਹੈ ਨਾ। ਔਰ ਉਸ ਵੇਲੇ ਕਿ ਕੁੜੀਆਂ ਨੂੰ ਬਹੁਤਾ ਪਰਦਾ ਹੁੰਦਾ ਸੀ ਬਾਹਰ ਨਹੀਂ ਜਾਣ ਦੇਣਾ ਨਿਕਲ ਨਹੀਂ ਦੇਣਾ ਕੁੜੀਆਂ ਨੂੰ ਘਰੇ ਹੀ ਰਹਿਣਾ ਚਾਰ ਦੀਵਾਰੀ ਵਿੱਚ ਤੇ ਇਹ ਤੀਆਂ ਦੇ ਦਿਨ ਵਿੱਚ ਉਹਨਾਂ ਦੇ ਜਿਹੜੇ ਚਾਚੇ ਤਾਏ ਦਾਦੇ ਦਾਦੀਆਂ ਉਹਨਾਂ ਹੁੰਦਾ ਵੀ ਇਹਨਾਂ ਦਾ ਤਿਉਹਾਰ ਹੈ ਬੱਚਿਆਂ ਦਾ ਤੇ ਉਹਨਾਂ ਨੂੰ ਬਹੁਤ ਚਾਅ ਨਾਲ ਹੀ ਭੇਜਦੇ ਸੀ ਕੁਛ ਨਹੀਂ ਸੀ ਕਹਿੰਦੇ ਕੋਈ ਰੋਕ ਟੋਕ ਨਹੀਂ ਸੀ ਤੇ
ਇਹਨਾਂ ਦਿਨਾਂ 'ਚ ਖਾਸ ਜੀ, ਕਰਕੇ ਜੀ। ਤੀਆਂ ਦੇ ਦਿਨਾਂ ਦੇ ਜੀ। ਵਿੱਚ ਵੀ ਜਾਓ ਕੁੜੀਆਂ ਨੂੰ ਖੇਡਣ ਦਾ ਚਾਅ ਵਾ, ਖੇਡਣ ਦੇ ਦਿਨ ਚਾਰ, ਚਲੋ ਖੇਡਣ ਦਿਓ, ਜਾਣ ਦਿਓ, ਤੀਆਂ ਜੀ। ਤੀਆਂ ਖੇਡਣ ਚੱਲੀਆਂ, ਮੈਂ ਕਹਿ ਦਿੰਦੀ ਜੀ। ਹਾਂ ਤੀਆਂ ਮਤਲਬ ਨਾ ਚਲ ਤੀਆਂ ਖੇਡਣ ਚੱਲੀਏ, ਜੀ। ਤਾਂ ਉਹ ਇਕੱਠੀਆਂ ਹੋ ਕੇ ਜਾ ਕੇ ਕਿਸੇ ਪਿੱਪਲ ਬੋੜ ਦੀ ਛਾਵੇਂ ਜੀ। ਜਾ ਕੇ ਉੱਥੇ ਉਹਨਾਂ ਨੇ ਨੱਚਣਾ ਜੀ। ਹੈ ਨਾ, ਫਿਰ ਪਿੱਪਲਾਂ ਤੇ ਬੋੜਾਂ ਦੇ ਨਾਲ ਪਿੰਗਾਂ ਪਾਉਣੀਆਂ, ਜੀ। ਪਿੰਗਾਂ ਪਾ ਕੇ ਝੂਟਣੀਆਂ, ਜੀ। ਫਿਰ ਉੱਥੇ ਛਾਬੜੀ ਵਾਲੇ ਕਈ ਆ ਜਾਣੇ ਜਿਨ੍ਹਾਂ ਨੇ ਮਤਲਬ ਕੁਛ ਨਾ ਕੁਛ ਮਤਲਬ ਦੇਣਾ, ਉਹ ਤੋਂ ਲੈ ਵੇਚਣਾ ਕੇ ਹੈ। ਉਦੋਂ ਤੇ ਵੱਟੇ ਵਸੱਟੇ 'ਚ ਹੁੰਦਾ ਸੀ, ਦਾਣੇ ਦੇ ਕੇ ਆ ਲੈ ਲਿਆ, ਕਪਾਹ ਦੇ ਕੇ ਆ ਲੈ ਲਿਆ, ਜੀ। ਹੈ ਨਾ। ਸੋ ਇਸ ਤਰੀਕੇ ਨਾਲ ਉਦੋਂ ਤੀਆਂ ਜਿਹੜੀਆਂ ਆਪਣਾ ਇੱਕ ਮਾਹੌਲ ਵੱਖਰਾ ਜੀ, ਹੁੰਦਾ ਸੀ। ਜੀ। ਸੋ ਤੀਆਂ ਇਹ ਧੀਆਂ ਦਾ ਤਿਉਹਾਰ ਹੋਣ ਕਰਕੇ ਉਸ ਵਿੱਚ ਮਰਦਾਂ ਨੂੰ ਮੁੰਡਿਆਂ ਨੂੰ ਅਲਾਉਡ ਮਤਲਬ ਨਹੀਂ ਸੀ, ਮਨਾਹੀ ਹੁੰਦੀ ਹੈ ਵੀ ਉਹ ਨਹੀਂ ਜਾਣ ਉਧਰ, ਉਹਨਾਂ ਨੂੰ ਨਹੀਂ ਸੀ ਜੀ। ਮਤਲਬ ਮਨਾਹੀ ਸੀ ਕਿਸਮ ਜੀ, ਦੀ। ਜੀ। ਪਰ ਫਿਰ ਵੀ ਜੀਤ ਕਰਦਾ ਨਾ ਵੀ ਜੀ। ਕੁੜੀਆਂ ਨੱਚਦੀਆਂ ਤੇ ਜਿਹਦੇ ਵਿੱਚ ਕਈ ਸ਼ੈਤਾਨ ਹੁੰਦੇ ਸੀਗੇ ਜੀ। ਜਿਹੜੇ ਕਿ ਚੋਰੀ ਚੋਰੀ ਆ ਕੇ ਤੇ ਜੀ। ਉਹਨਾਂ ਦੇ ਵਿੱਚ ਵੜ ਜਾਣਾ। ਪਰ ਕਿਉਂਕਿ ਜਿਹੜਾ ਪਿੰਡ ਹੁੰਦਾ ਸੀ, ਪਿੰਡ ਦੇ ਵਿੱਚ ਜੀ। ਮਤਲਬ ਇਦਾਂ ਦੇ ਰਿਸ਼ਤੇ ਨਹੀਂ ਸੀ ਹੋ ਸਕਦੇ, ਕਿਉਂਕਿ ਉਹ ਸਾਰੇ ਪਿੰਡ ਦੀ ਧੀਆਂ ਜਿਹੜੀ ਉਹ ਭੈਣਾਂ ਹੀ ਹੁੰਦੀਆਂ ਸੀ ਜੀ। ਜਾਂ ਮਾਵਾਂ, ਤੇ ਜਿਹੜੇ ਪਿੰਡ ਦੇ ਮੁੰਡੇ ਆ ਉਹ ਵੀਰ ਹੀ ਹੁੰਦੇ ਸੀ ਜੀ, ਸਾਰੇ ਪਿੰਡ ਜੀ। ਦੇ, ਕਿਉਂਕਿ ਪਿੰਡਾਂ ਦੇ ਵਿੱਚ ਉਸੇ ਪਿੰਡ 'ਚ ਵਿਆਹ ਨਹੀਂ ਸੀ ਕਰਦੇ ਹੁੰਦੇ ਜੀ, ਉਦੋਂ। ਜੀ। ਤੇ ਉਦੋਂ ਕਹਿਣਾ ਜਿਵੇਂ ਮਤਲਬ ਅਚਾਨਕ ਕੁੜੀਆਂ ਨੱਚਦੀਆਂ ਪਈਆਂ ਤੇ ਜਿਵੇਂ ਮੁੰਡਿਆਂ ਕੋਲ ਰਹਿ ਨਹੀਂ ਹੁੰਦਾ, ਕਈ ਚਲੇ ਜਾਂਦੇ ਵੇਖਣ ਜੀ, ਚੋਰੀ ਜੀ, ਚੋਰੀ, ਜੀ। ਤੇ ਫਿਰ ਕੁੜੀਆਂ ਬੋਲੀ ਇਦਾਂ ਦੀ ਪਾ ਦਿੰਦੀਆਂ ਸੀ, ਕਹਿੰਦੀਆਂ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਖੀਰ, ਭੈੜਾ ਖੇਡਦੇ ਆ ਸ਼ਰਮਿੰਦੇ ਵੇਖਣ ਵੀਰ। ਸੋ ਜਦੋਂ ਇਦਾਂ ਹੀ ਬੋਲੀ ਪਾਉਣੀ ਫਿਰ ਉਹ ਵੀ ਭੱਜ ਜਾਂਦੇ ਉੱਥੋਂ। ਜੀ, ਜੀ। ਸੋ ਇਸ ਤਰੀਕੇ ਨਾਲ ਭਜਾਉਣ ਦਾ ਵੀ ਇੱਕ ਬੋਲੀ ਪਾ ਕੇ, ਸੋ ਇੰਨੀਆਂ ਬੋਲੀਆਂ, ਇੰਨੇ ਚਾਅ, ਇੰਨੇ ਮਲਾਰ ਉਮੜ ਕੇ ਪੈਂਦੇ ਸੀ ਉੱਥੇ, ਜੀ। ਤੇ ਉਹ ਗਿੱਧੇ ਦੇ ਵਿੱਚ ਸਾਰਾ ਨਿਕਲਦਾ ਸੀਗਾ। ਜੀ। ਜੇ ਸਹੁਰਿਆਂ ਤੋਂ ਕੁੜੀਆਂ ਆਈਆਂ ਸੀ, ਉਹ ਜਿਹੜੀਆਂ ਤੇ ਖੁਸ਼ ਨੇ ਜੀ। ਉੱਥੇ ਜਾ ਕੇ, ਚੰਗਾ ਲੱਗਾ ਉਹਨਾਂ ਨੂੰ ਜੀ। ਸਹੁਰਿਆਂ ਦਾ ਪਿੰਡ, ਤੇ ਉਹ ਆ ਕੇ ਮਤਲਬ ਤਾਰੀਫ ਇਦਾਂ ਦੀ ਕਰਨੀ, ਇਦਾਂ ਦੀ ਬੋਲੀ ਪਾਉਣੀ ਕੋਈ, ਤੇ ਜਾਂ ਫਿਰ ਜਿਹੜੀਆਂ ਜਿਹਨੂੰ ਨਹੀਂ ਸੱਸਾਂ ਚੰਗੀਆਂ ਉਹ ਜਿਹੜੀ ਥੋੜਾ ਜਿਹਾ ਸੱਸ ਨੂੰ ਦਾ ਰਿਸ਼ਤਾ ਆਪਣੇ ਆਪ ਦੇ ਵਿੱਚ ਇੱਕ ਬੜਾ ਪਿਆਰਾ ਵੀ ਹੈ ਤੇ ਨੋਕ ਝੋਕ ਵਾਲਾ ਵੀ ਹੈ, ਕਿਉਂਕਿ ਪੁੱਤ ਜਿਹੜਾ ਹੁੰਦਾ ਉਹ ਜਿਵੇਂ ਵੈਸੇ ਚਾਅ ਸਭ ਤੋਂ ਜ਼ਿਆਦਾ ਸੱਸ ਨੂੰ ਹੀ ਹੁੰਦਾ ਵੀ ਮੇਰੇ ਹੋਵੇ, ਕਿਉਂਕਿ ਉਹ ਮਤਲਬ ਜਦੋਂ ਜੰਮਦਾ, ਕਹਿੰਦੇ ਮੁੰਡੇ ਜੰਮਦੇ ਲਾੜੇ ਹੁੰਦੇ, ਉਦੋਂ ਉਹਨੇ ਘੋੜੀਆਂ ਗਾਉਣ ਲੱਗ ਪੈਂਦੀਆਂ, ਤੇ ਸ਼ੁਰੂ ਤੋਂ ਚਾਅ ਨੂੰਹ ਦਾ ਹੁੰਦਾ। ਆਪਾਂ ਕਹਿੰਦੇ ਨਾ ਵੀ ਨੂੰਹਾਂ ਨੂੰ ਧੀ ਵਾਂਗੂ ਸਮਝਣਾ ਚਾਹੀਦਾ। ਮੈਂ ਸਮਝਦੀ ਹਾਂ ਵੀ ਨੂੰਹਾਂ ਦਾ ਤੇ ਨਾ ਆਪਣੇ ਆਪ 'ਚ ਪਿਆਰਾ ਰਿਸ਼ਤਾ ਹੈ, ਨੂੰਹਾਂ ਨੂੰ ਨੂੰਹਾਂ ਵਾਂਗੂ ਸਮਝੋ, ਹੈ ਨਾ, ਧੀਆਂ ਵਾਂਗੂ, ਧੀਆਂ ਨੂੰ ਧੀਆਂ ਦੇ ਵਿੱਚ ਹੈ। ਵੀ ਜਦੋਂ ਆਪਾਂ ਇਦਾਂ ਦਾ ਕੰਪੈਰੀਜ਼ਨ ਕਰਦੇ ਤਾਂ ਮਤਲਬ ਅਸੀਂ ਧੀਆਂ ਨੂੰ ਜ਼ਿਆਦਾ ਸਮਝਦੇ ਹਾਂ, ਪਰ ਮੈਂ ਸਮਝਦੀ ਹਾਂ ਵੀ ਨੂੰਹਾਂ ਤੇ ਜੰਮਦੀਆਂ ਉਦੋਂ ਹੀ ਚਾਅ ਚੜ੍ਹ ਜਾਂਦਾ ਵੀ ਨੂੰਹਾਂ ਆਉਣਗੀਆਂ, ਆਹ ਕਰਨਗੀਆਂ, ਉਹ ਕਰਨਗੀਆਂ, ਸਾਡੀਆਂ ਚਾਅ ਮਤਲਬ ਹੁੰਦਾ ਉਹਨਾਂ ਦਾ, ਤੇ ਉਹ ਫਿਰ ਨੂੰਹ ਦਾ ਰਿਸ਼ਤਾ ਜਿਹੜਾ ਉਹ ਆਪਣੇ ਆਪ 'ਚ ਬਹੁਤ ਹੀ ਪਿਆਰਾ ਆ। ਸੋ ਇਸ ਤਰੀਕੇ ਨਾਲ ਉਦੋਂ ਨੂੰਹਾਂ ਧੀਆਂ ਤੇ ਉਦੋਂ ਇਕੱਠੀਆਂ ਹੋ ਕੇ ਮਤਲਬ ਪਿੰਡ ਦੇ ਵਿੱਚ ਇਹ ਧੀਆਂ ਦਾ ਤਿਉਹਾਰ, ਮਤਲਬ ਕੁੜੀਆਂ ਨੂੰ ਲਿਆਂਦਾ ਜਾਂਦਾ ਸਹੁਰਿਆਂ ਤੋਂ, ਤੇ ਉੱਥੇ ਨੱਚਦੀਆਂ ਨੇ ਇਕੱਠੀਆਂ ਹੋ ਕੇ ਸਾਰੀਆਂ, ਤੇ ਉਹਦੇ ਪਿੱਪਲਾਂ ਨਾਲ ਪੀਂਘਾਂ ਪਾਉਂਦੀਆਂ, ਝੂਟਦੀਆਂ, ਔਰ ਪੀਂਘਾਂ ਵੀ ਦੋ ਜਣੀਆਂ ਰਲ ਕੇ ਝੂਟਦੀਆਂ ਨੇ। ਉਹਨਾਂ ਦਾ ਮਤਲਬ ਇੰਨੀ ਉੱਚੀ ਪੀਂਘ ਚੜਾਉਂਦੀਆਂ, ਇੰਨੀ ਉੱਚੀ ਪੀਂਘ ਚੜਾਉਂਦੀਆਂ, ਉਹਨਾਂ ਦੇ ਚਾਅ ਕਿੱਥੋਂ ਤੱਕ ਪਹੁੰਚਦੇ, ਉਹਨਾਂ ਦਾ ਵਸ ਚਲੇ ਤੇ ਸਤਰੰਗੀ ਪੀਂਘ ਨੂੰ ਹੱਥ ਲਾ ਕੇ ਉਹਦੇ ਸਾਰੇ ਰੰਗ ਕੱਢ ਲਿਆਉਣ ਤੇ ਆਪਣੇ ਵਿਹੜੇ 'ਚ ਖਿਲਾਰਦੇ। ਇਹ ਵੀ ਇੱਕ ਮੁਕਾਬਲੇ ਦੇ ਤੌਰ ਦੇ ਉੱਤੇ ਕੋਸ਼ਿਸ਼ ਹੁੰਦੀ ਕਿ ਜਿਹੜਾ ਉੱਪਰ ਵਾਲੀ ਟਹਿਣੀ ਦਾ ਪੱਤਾ ਹੈ ਨਾ, ਉਹਨੂੰ ਪੈਰ ਨਾਲ ਧਰੂ ਕੇ ਲੈ ਕੇ ਆਉਣਾ। ਹਾਂ, ਉਹੀ ਮੈਂ ਕਹਿੰਦੀ ਵੀ ਉਹ ਸਤਰੰਗੀ ਪੀਂਘ ਤੱਕ ਜਾਣ ਨੂੰ ਤਿਆਰ ਹੁੰਦੀਆਂ, ਪੱਤੇ ਤੋੜ ਕੇ ਆਉਣਾ ਹੀ ਹੈ ਨਾ। ਸੋ ਬਹੁਤ ਜਿਉਂ ਮਤਲਬ ਪੂਰੇ ਜ਼ੋਰ ਨਾਲ ਹੁਲਾਰਾ ਦੇਣਾ ਉਹਦੇ ਨਾਲ। ਕਈ ਵਾਰੀ ਤੇ ਕੁੜੀਆਂ ਮਤਲਬ ਸ਼ਰਾਰਤਾਂ ਕਰਦੀਆਂ ਨੂੰ, ਪੱਗ ਵੀ ਬੰਨ ਲੈਂਦੀਆਂ ਉੱਤੇ, ਟਿਕ ਜਾਣੀ, ਮੁੰਡਾ ਬਣ ਗਈ, ਕੁੜੀ ਬਣ ਗਈ। ਸੋ ਇਸ ਤਰੀਕੇ ਨਾਲ ਵੀ ਨੋਕ ਝੋਕ। ਔਰ ਫਿਰ ਜਿਹੜਾ ਤੀਆਂ ਦੇ ਵਿੱਚ ਜਿਹੜੇ ਗਿੱਧੇ ਦੀਆਂ ਬੋਲੀਆਂ ਨੇ, ਉਸ ਤਰੀਕੇ ਨਾਲ ਉਹਦੇ ਵਿੱਚ ਨਿਸ਼ੰਗ ਹੋ ਕੇ ਮਤਲਬ ਹਰ ਤਰ੍ਹਾਂ ਦੀਆਂ ਬੋਲੀਆਂ ਜਿਹੜੀਆਂ ਕਿ ਕੁੜੀਆਂ ਆਪਣੇ ਘਰ ਨਹੀਂ ਗੱਲ ਕਰ ਸਕਦੀਆਂ, ਮੁੰਡਿਆਂ ਸਾਹਮਣੇ ਨਹੀਂ ਪਾ ਸਕਦੀਆਂ, ਮਾਂ ਪਿਓ ਸਾਹਮਣੇ ਨਹੀਂ ਪਾ ਸਕਦੀਆਂ, ਉਹ ਸਭ ਉੱਥੇ ਚੱਲਦਾ। ਆਪਣੀਆਂ ਸਖੀਆਂ, ਆਪਣੀਆਂ ਸਹੇਲੀਆਂ, ਜਿਵੇਂ ਆਪਣਾ ਇੱਕ ਵੱਖਰਾ ਮਾਹੌਲ ਬਣ ਜਾਂਦਾ। ਜਿਵੇਂ ਆਪਾਂ ਕਹਿੰਦੇ ਨਾ ਵੀ ਕੁੜੀਆਂ ਵੀ ਜਿਵੇਂ ਕਈ ਵਾਰੀ ਕਰਦੇ ਹੁੰਦੇ ਨੇ ਵੀ ਕੁੜੀ ਨੇ ਪੁੱਛਿਆ ਵੀ ਨਹੀਂ ਜਦੋਂ ਕੁੜੀ ਮੁੰਡੇ ਇਕੱਠੇ ਹੁੰਦੇ ਉਦੋਂ ਕਿੱਦਾਂ ਦੀਆਂ ਗੱਲਾਂ ਕਰਦੇ ਹੋਣਗੇ, ਕਹਿੰਦੇ ਜਿੱਦਾਂ ਆਪਾਂ ਕਰਦੇ ਹਾਂ, ਕਹਿੰਦੇ ਹਾਂ। ਸੋ ਉਹ ਜਿਹੜਾ ਇੱਕ ਵਰਤਾਰਾ ਹੈ ਨਾ, ਇਹ ਸਾਡੇ ਸੱਭਿਆਚਾਰ ਦਾ ਨਾ ਇੱਕ ਅਜਿਹਾ ਰੰਗ ਹੈ, ਇੱਕ ਝਲਕਾਰਾ ਹੈ ਜਿਹੜਾ ਨਾ ਸਾਨੂੰ ਖੁਸ਼ ਵੀ ਕਰਦਾ ਹੈ, ਬਿਲਕੁਲ ਸਾਡੇ ਅੰਦਰ ਖੇੜਾ ਭਰਦਾ ਹੈ, ਸਾਨੂੰ ਇੱਕ ਨਾ ਨਵੇਂ ਚਾਅ ਦੇ ਵੱਲ ਲੈ ਕੇ ਜਾਂਦਾ ਹੈ। ਬਿਲਕੁਲ ਉਹਦੇ ਵਿੱਚੋਂ ਇੱਕ ਤੁਹਾਡੀਆਂ ਗੱਲਾਂ ਚੋਂ ਨਿਕਲਿਆ ਸ਼ਬਦ ਵੀਰ ਲੈਣ ਆਉਂਦਾ ਹੈ, ਉਹਦਾ ਇੱਕ ਖਾਸ ਜਿਹਾ ਇੱਕ ਲਫ਼ਜ਼ ਹੈ ਸੰਧਾਰਾ।
ਮੇਰੀ ਅੰਮੜੀ ਦਾ ਜਾਇਆ ਨੀ ਸੰਧਾਰਾ ਲੈ ਕੇ ਆਇਆ। ਤੇ ਉਹ ਜਿਹੜਾ ਸੰਧਾਰਾ ਹੈ ਉਹਦੇ ਵਿੱਚੋਂ ਕੀ ਲੈ ਕੇ ਆਉਂਦਾ ਹੈ? ਸੰਧਾਰਾ ਪਹਿਲੀ ਗੱਲ ਤਾਂ ਇਹ ਵੀ ਸੁਗਾਤ ਜੀ। ਆਪਾਂ ਸੰਧਾਰਾ ਜਿਹੜਾ ਜੀ। ਧੀਆਂ ਨੂੰ ਜੇ ਲੈ ਕੇ ਜਾਂਦੇ ਆ, ਵੀਰ ਲੈ ਕੇ ਜਾਂਦੇ, ਕਈ ਜਿਹੜੀਆਂ ਕੁੜੀਆਂ ਹੁੰਦੀਆਂ ਨਾ, ਮਤਲਬ ਵੀਰ ਸੰਧਾਰਾ ਲੈ ਕੇ ਆਇਆ ਤੇ ਕੀ ਕੁਝ ਵਿੱਚ ਲਿਆਇਆ ਹੈ ਨਾ, ਉਹਦੇ ਵਿੱਚ ਸੁਗਾਤਾਂ ਹੁੰਦੀਆਂ। ਜਿਵੇਂ ਇਹਦੇ ਤੀਆਂ ਦੇ ਸੰਧਾਰੇ ਦੇ ਵਿੱਚ ਖਾਸ ਕਰਕੇ ਜਿਹੜਾ ਇਹਦੇ ਵਿੱਚ ਹੁੰਦਾ ਮਹਿੰਦੀ, ਚੂੜੀਆਂ ਕੱਚ ਦੀਆਂ ਚੂੜੀਆਂ ਹੈ, ਮਹਿੰਦੀ, ਚੂੜੀਆਂ ਹੋਰ। ਤੇ ਜੇ ਕੋਈ ਇਹ ਮਤਲਬ ਸੰਧਾਰਾ ਜਿਹੜਾ ਸੁਗਾਤ ਹੁੰਦੀ ਹੈ ਜਿਹੜੀ ਧੀਆਂ ਨੂੰ ਦਿੱਤੀ ਜਾਂਦੀ ਹੈ। ਜਿਹੜੀਆਂ ਅਣਮੁਕਲਾਵੀਆਂ ਕੁੜੀਆਂ ਹੁੰਦੀਆਂ, ਅਣਮੁਕਲਾਵੀਆਂ ਮਤਲਬ ਜਿਨ੍ਹਾਂ ਦਾ, ਕਿਉਂਕਿ ਵਿਆਹ ਨਿੱਕੀਆਂ ਦਾ ਕਰ ਦਿੰਦੇ ਹੁੰਦੇ ਸੀ ਤੇ ਪਰ ਮੁਕਲਾਵਾ ਤੋਰਦੇ ਸੀ ਕਈ ਵਾਰੀ, ਵੱਡੀ ਜਦੋਂ ਕੁੜੀ ਜਵਾਨ ਹੋ ਜਾਂਦੀ, ਛੋਟੀ ਦਾ ਵਿਆਹ ਕਰ ਦਿੰਦੇ ਸੀ ਕਈ ਵੀ ਐਵੇਂ, ਜੇ ਤੇਰੇ ਮੁੰਡਾ ਹੋਇਆ ਤੇ ਮੈਂ ਤੇਰੇ ਤੋਂ ਕੁੜੀ ਤੇ ਮੁੰਡਾ ਵੀ ਇਦਾਂ ਵਿਆਹ ਕਰ ਦਾਂਗੇ ਆਪਾਂ ਆਪਸ ਦੇ ਵਿੱਚ ਵੀ, ਇਦਾਂ ਦੀਆਂ ਜਿਹੜੀਆਂ ਕਰ ਲੈਂਦੀਆਂ ਸੀ ਕੁੜਮਣੀਆਂ, ਪਹਿਲਾਂ ਹੀ ਸਹੇਲੀਆਂ ਹੁੰਦੀਆਂ ਸੀ, ਇਦਾਂ ਦੇ ਰਿਸ਼ਤੇ ਵੀ ਹੋ ਜਾਂਦੇ ਸੀਗੇ। ਫਿਰ ਮੁੰਡਾ ਹੋਇਆ, ਕੁੜੀ ਹੋਈ ਤੇ ਉਹ ਫਿਰ ਉਹਨਾਂ ਦੇ ਛੋਟੇ ਦੇ ਵਿਆਹ ਕਰ ਦੇਣੇ, ਨਿੱਕੀਆਂ ਬਾਲੜੀਆਂ ਦੇ ਵਿਆਹ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵਿਆਹ ਕੀ ਹੁੰਦਾ। ਮੈਂ ਦੱਸਦੀ, ਮੇਰੇ ਭੂਆ ਜੀ ਦੇ ਦੋਵਾਂ ਦੇ ਇਕੱਠਿਆਂ ਦੇ ਵਿਆਹ ਹੋਏ ਤੇ ਇੱਕ ਬੜੇ ਚਾਅ 'ਚ ਨੱਚਦੀ ਫਿਰੇ, ਉਹਨੂੰ ਉਦੋਂ ਪਤਾ ਲੱਗਾ ਤੇ ਉਹਦੀ ਵੀ ਜਾਨ ਆ ਗਈ। ਸੋ ਉਦੋਂ ਇਕੱਠੀਆਂ ਕੁੜੀਆਂ ਜਿਹੜੀਆਂ ਸੀ ਨਾ ਉਹਨਾਂ ਨੂੰ, ਤੇ ਫਿਰ ਮੁਕਲਾਵਾ ਤੋਰਦੇ ਸੀ ਉਦੋਂ ਜਦੋਂ ਕੁੜੀ ਜਵਾਨ ਹੁੰਦੀ ਸੀ ਤੇ ਉਹਨੇ ਦੇਰ ਉੱਥੇ ਰਹਿਣਾ। ਫਿਰ ਅਣਮੁਕਲਾਵੀਆਂ ਕੁੜੀਆਂ ਲਈ ਸਹੁਰਿਆਂ ਤੋਂ ਸੰਧਾਰਾ ਆਉਂਦਾ ਸੀ, ਮਤਲਬ ਜਿਹੜੇ ਸਹੁਰੇ ਸੀ ਉਹਨਾਂ ਨੂੰ ਵੀ ਨੂੰਹ ਦੀ ਉਡੀਕ ਹੁੰਦੀ ਸੀ, ਉਹਨੂੰ ਲੈ ਕੇ ਆਉਣਾ ਸੀ, ਪਰ ਉਹ ਸੰਧਾਰਾ ਘੱਲਦੇ ਸੀ ਧੀਆਂ ਦੇ ਉੱਤੇ। ਉਦੋਂ ਵੀ ਉਹ ਮਹਿੰਦੀ, ਚੂੜੀਆਂ ਸਾਰੀਆਂ, ਕਿਉਂਕਿ ਉਹਨਾਂ ਨੇ ਆਪਣੇ ਪੁੱਤ ਦੀ ਵੀ ਸੁੱਖ ਮੰਗਦੇ ਸੀ, ਉਹਦੀ ਵੀ ਮੰਗਦੇ ਸੀ, ਉਹਦਾ ਚਾਅ ਵੀ ਹੁੰਦਾ ਸੀ, ਉਹਦੀ ਉਡੀਕ ਵੀ ਹੁੰਦੀ ਸੀ। ਤੇ ਜਦੋਂ ਇੱਥੇ ਜਿਹੜੀਆਂ ਕੁੜੀਆਂ ਮਤਲਬ ਕਈ ਮਤਲਬ ਮਜਬੂਰੀਆਂ ਕਰਕੇ, ਘਰ ਦੀਆਂ ਮਜਬੂਰੀਆਂ ਕਰਕੇ ਪੇਕੇ ਨਹੀਂ ਸੀ ਆ ਸਕਦੀਆਂ ਤੇ ਉਹਨਾਂ ਲਈ ਜਿਹੜੇ ਪੇਕਿਆਂ ਤੋਂ ਸੰਧਾਰ ਲੈ ਕੇ ਜਾਂਦੇ ਸੀ ਉਹਨਾਂ ਕੁੜੀਆਂ ਵਾਸਤੇ ਉੱਥੇ। ਸੋ ਇਸ ਤਰੀਕੇ ਨਾਲ ਸੰਧਾਰਾ ਦੋਵਾਂ ਤਰ੍ਹਾਂ ਵੀ ਆਉਂਦਾ ਸੀਗਾ, ਮਤਲਬ ਵਧੀਆ ਸੁਗਾਤਾਂ। ਫਿਰ ਕਈ ਵਾਰੀ ਤੇ ਹੁੰਦਾ ਸੀ ਨਾ, ਕੋਈ ਜਿਹੜੇ ਸਰਦੇ ਪੁੱਜਦੇ ਘਰ ਹੈ ਤੇ ਉਹਦੇ ਵਿੱਚ ਜਿਵੇਂ ਕੋਈ ਗਹਿਣਾ, ਕੋਈ ਟੂੰਬ, ਕੋਈ ਛੱਲਾ, ਉਹ ਵੀ ਨਾਲ ਭੇਜ ਦੇਣਾ ਤੇ ਉਹਦੀ ਟੌਰ ਬਣਦੀ ਸੀ ਆਪਣੇ, ਹੈ ਨਾ। ਉਹਦੇ ਵੀ ਸ਼ਰੀਕਣੀਆਂ ਨੂੰ ਵੀ ਮੇਰਾ ਵੀਰ ਮੇਰਾ ਸੰਧਾਰਾ ਲਿਆਇਆ, ਵਿੱਚ ਕੁਛ ਦਿਨ ਦੀ ਬੋਲੀ ਵੀ ਹੈਗੀ, ਮੈਨੂੰ ਐਸੇ ਯਾਦ ਨਹੀਂ, ਵਿੱਚ ਸੂਰਜ ਦਾ ਨਗ ਜੜਾਇਆ, ਵਿੱਚ ਲਿਆਇਆ ਛਾਪਾਂ ਚੱਲੇ, ਮੇਰੀ ਹੋ ਗਈ ਬੱਲੇ ਬੱਲੇ। ਹਾਂ, ਉਹ ਮੇਰੀ ਹੋ ਗਈ ਬੱਲੇ ਬੱਲੇ, ਉਹਦੀ ਬੱਲੇ ਬੱਲੇ ਹੋ ਜਾਂਦੀ ਹੈ। ਫਿਰ ਸ਼ਰੀਕਣੀਆਂ ਸੜਦੀਆਂ, ਦੂਸਰੀਆਂ ਸ਼ਰੀਕਾਂ ਜਿਹੜੀਆਂ ਵੀ ਉਹਨਾਂ ਦੇ ਨਹੀਂ ਆਇਆ ਹੋਣਾ ਤੇ ਉਹ ਫਿਰ ਉਹਨੂੰ ਹੁੰਦਾ ਵੀ ਮੇਰੀ ਟੌਰ ਜ਼ਿਆਦਾ ਬਣ ਗਈ ਇਹਦੇ ਵਿੱਚ ਨਾ। ਸੋ ਇਸ ਤਰੀਕੇ ਨਾਲ ਜਿਹੜਾ ਸੰਧਾਰੇ ਦੇ ਵਿੱਚ ਖਾਣ ਪੀਣ ਦਾ ਸਮਾਨ, ਚੀਜ਼ਾਂ ਜਿਹੜੀਆਂ ਕੁਛ ਨਾ ਕੁਛ, ਜੋ ਘਰ ਦੀ ਫਸਲ ਪੱਕੀ ਹੋਣੀ, ਕੋਈ ਜਿਹੜੀ ਜਿਸ ਵੇਲੇ ਵੀ ਸੰਧਾਰੇ, ਕੋਈ ਘਰ ਦੀ ਫਿਰ ਖਰਬੂਜੇ ਜਾਂ ਕੁਝ ਜੋ ਬੀਜਿਆ ਹੋਣਾ, ਘਰ ਖੇਤੀਬਾੜੀ ਨਾਲ ਸੰਬੰਧਿਤ ਸੀ ਸਾਡਾ ਬਹੁਤਾ ਜਿਹੜਾ ਪਹਿਲਾਂ ਸੀਗਾ। ਤੇ ਉਦੋਂ ਉਹਦੇ ਵਿੱਚ ਤੇ ਹੁਣ ਵੱਖਰਾ ਜਿਵੇਂ ਸਮਾਂ ਬਦਲਦਾ, ਹੁਣ ਤੇ ਆਪਾਂ ਨਾ ਗਿਫਟ ਪੈਕ ਜਿਵੇਂ ਭੇਜਦੇ ਆ, ਸਾਰਾ ਕੁਛ ਹੈ, ਪਰ ਉਦੋਂ ਸੰਧਾਰਾ ਏਦਾਂ ਖਾਣ ਪੀਣ ਦੀਆਂ ਚੀਜ਼ਾਂ, ਕੱਪੜੇ, ਤੇਵਰ, ਜਿਹੜੇ ਤਿਉਰ ਮਤਲਬ ਤਿੰਨੇ ਕੱਪੜੇ, ਹਾਂ, ਉਹ ਭੇਜਣੇ ਨਾਲ, ਕੋਈ ਨਾ ਕੋਈ ਗਹਿਣਾ ਕਦੇ ਭੇਜ ਸਕਦਾ ਜਿਹੜਾ ਹੋਵੇ ਭੇਜਣਾ, ਮਤਲਬ ਆਪਣੇ ਸਮਰੱਥਾ ਅਨੁਸਾਰ ਜਿਹੜਾ ਉਹ ਸੰਧਾਰਾ ਕੁੜੀਆਂ ਨੂੰ ਵੀਰ ਸੰਧਾਰਾ ਲੈ ਕੇ ਆਉਂਦੇ ਸੀ। ਕਿਉਂਕਿ ਬਹੁਤੇ ਜਿਹੜਾ ਵੱਡੇ ਵੀਰ ਨੂੰ, ਜਿਵੇਂ ਮਾਂ ਕਹਿੰਦੇ ਵੱਡੇ ਵੀਰ ਨੂੰ ਕੱਲੀ ਹੈ ਨਾ, ਉਹ ਕਹਿੰਦੇ ਵੱਡਾ ਵੀਰ ਜਿਹੜਾ ਸੀ ਉਹ ਸਿਆਣਾ, ਮਤਲਬ ਉਹ ਜਾਊਗਾ ਲੈ ਕੇ ਭੈਣ ਦੇ, ਉਹਦਾ ਹੋਰ ਟੌਰ ਬਣਦਾ ਸੀ ਮੇਰਾ ਵੱਡਾ ਵੀਰ ਆਇਆ, ਹੈ। ਸੋ ਇਸ ਤਰੀਕੇ ਨਾਲ ਸੰਧਾਰਾ ਜਿਹੜਾ ਉਹ ਸੁਗਾਤ ਨੂੰ ਹੀ ਆਪਾਂ ਕਹਿ ਸਕਦੇ, ਭਾਈਆਂ ਨਾਲ ਜੱਗ ਤੇ ਸਰਦਾਰੀ, ਹਾਂ, ਤੇ ਭਾਈ ਮੇਰੇ ਅੱਗੇ ਤੁਰਦੇ, ਮੈਨੂੰ ਪਿੱਛੋਂ ਕਿਸੇ ਨੇ ਹਾਕ ਮਾਰੀ, ਉਹ ਕਹਿੰਦੇ ਦੋ ਵੀਰ ਦਈ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ। ਤੇ ਮਾਪਿਆਂ ਨੇ ਤੇ ਨਾਲ ਨਹੀਂ ਰਹਿਣਾ ਹੁੰਦਾ ਸਦਾ, ਪਰ ਜਿਹੜੇ ਵੀਰ ਨੇ ਉਹ ਨਾਲ ਨਿਭਦੇ ਆ। ਤੇ ਕੁੜੀਆਂ ਧੀਆਂ ਭੈਣਾਂ ਮੰਗਦੀਆਂ, ਸੁੱਖਾਂ ਸੁੱਖਦੀਆਂ ਵੀ ਦੋ ਵੀਰ ਦਈ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ ਮੇਰੇ ਨਾਲ ਨਿਭਣਗੇ। ਤੇ ਇਹ ਜਿਹੜੇ ਨਾ ਸਾਡੇ ਰਿਸ਼ਤੇ ਨੇ, ਸਾਡਾ ਇਹਨਾਂ ਦੇ ਵਿੱਚ ਜਿੱਦਾਂ ਪਿਆਰ ਹੈ, ਇਖਲਾਕ ਹੈ, ਇਤਫਾਕ ਪੈਦਾ ਕਰਦੇ ਆ, ਇਹਦੇ ਨਾਲ ਨਾ ਸਾਡਾ ਆਲਾ ਦੁਆਲਾ ਬੜਾ ਸੋਹਣਾ ਸਿਰਜਦੇ ਆ। ਜਿਹੜਾ ਅਸੀਂ ਤੀਜ ਦੀਆਂ ਦੀ ਗੱਲ ਕਰਦੇ ਹਾਂ, ਤੀਆਂ ਦੇ ਤਿਉਹਾਰ ਨੂੰ ਮਨਾਉਂਦੇ ਆ, ਕੁਦਰਤ ਵੀ ਜਿਹੜੀ ਹੈ ਨਾ ਉਹ ਉਸ ਵੇਲੇ ਸਾਰਾ ਆਲਾ ਦੁਆਲਾ ਵੀ ਤੁਹਾਡਾ ਇਹ ਤਿਉਹਾਰ ਤੁਹਾਡੇ ਨਾਲ ਮਨਾ ਰਿਹਾ ਹੁੰਦਾ। ਬਿਲਕੁਲ, ਇਹਨਾਂ ਨੂੰ ਹਰਿਆਲੀਆਂ ਤੀਆਂ ਵੀ ਕਹਿੰਦੇ ਆ, ਹਰਿਆਲੀਆਂ ਤੀਆਂ ਜਿਹੜੀਆਂ ਵੀ, ਕਿਉਂਕਿ ਧਰਤੀ ਸਾਉਣ ਦੇ ਮਹੀਨੇ ਦੇ ਵਿੱਚ ਧਰਤੀ ਮੌਲਦੀ ਹੈ, ਧਰਤੀ ਜਿਹੜੀ ਹੈ ਨਵੇਂ ਬੂਟੇ ਉੱਗਦੇ ਆ। ਸੋ ਇਹਦੇ ਵਿੱਚ ਜਿਹੜੀਆਂ ਨਵੀਆਂ ਵਿਆਹੀਆਂ ਧੀਆਂ ਨੇ ਉਹ ਵੀ ਉਦਾਂ, ਔਰਤ ਨੂੰ ਵੈਸੇ ਵੀ ਆਪਾਂ ਧਰਤੀ ਨਾਲ ਜੋੜਦੇ ਆ। ਧਰਤੀ ਜਿਵੇਂ ਧਰਤੀ ਜਿਹੜੀ ਔਰਤ ਹੈ ਉਹ ਮਤਲਬ
ਇੱਕ ਕੁਦਰਤ ਦੀ ਰੱਬ ਦੀ ਇੱਕ ਖੂਬਸੂਰਤ ਰਚਨਾ ਹੈ। ਰਚਨਾ ਦੇ ਨਾਲ ਨਾਲ ਰਚਨਾਤਮਕ ਵੀ ਹੈ ਜੀ, ਮਤਲਬ ਉਹ ਪੈਦਾ ਵੀ ਕਰਦੀ ਹੈ। ਜਿਵੇਂ ਧਰਤੀ ਅੰਨ ਉਗਾਉਂਦੀ ਹੈ, ਇਦਾਂ ਜਿਹੜੀ ਔਰਤ ਹੈ ਉਹ ਮਤਲਬ ਅੱਗੋਂ ਆਪਣੇ ਵੰਸ਼ ਵਧਾਉਂਦੀ ਹੈ, ਬੱਚੇ ਪੈਦਾ ਕਰਦੀ ਹੈ। ਸੋ ਉਹ ਮੌਲਦੀ ਹੈ, ਧਰਤੀ ਵੀ ਮੌਲਦੀ ਹੈ, ਔਰਤ ਵੀ ਮੌਲਦੀ ਹੈ। ਸੋ ਇਸ ਕਰਕੇ ਉਹਦਾ ਇੱਕ ਬਹੁਤ ਗੂੜਾ ਰਿਸ਼ਤਾ ਜਿਹੜਾ ਉਹ ਧਰਤੀ ਤੇ ਹਰਿਆਵਲ ਨਾਲ ਹੈ ਨਾ। ਤੇ ਸਾਵੇਂ ਦੀ ਗੱਲ ਤੁਸੀਂ ਕਿਤੇ ਤੀਆਂ ਦੀ ਗੱਲ ਕੀਤੀ ਸੀ, ਤੀਆਂ ਨੂੰ ਪੱਛਮੀ ਪੰਜਾਬ ਵਿੱਚ ਸਾਵੇਂ ਵੀ ਕਹਿੰਦੇ, ਸਾਵੇਂ ਵੀ ਕਹਿੰਦੇ ਆ ਨਾ। ਸਾਵੇਂ ਜਿਹੜਾ ਆ ਉਹ ਵੀ ਸਾਵੇਂ ਨੂੰ ਮਤਲਬ ਬਿੰਦੀ ਲੱਗ ਗਈ ਸਾਉਣ ਕਰਕੇ, ਸਾਉਣ ਦੇ ਮਹੀਨੇ ਕਰਕੇ। ਤੇ ਵੈਸੇ ਸਾਵੇ ਦਾ ਮਤਲਬ ਸਬਜ਼ ਹਰਾ। ਸੋ ਹਰੀ ਭਰੀ ਧਰਤੀ, ਮੌਲੀ ਧਰਤੀ, ਔਰਤ ਤੇ ਧਰਤੀ ਇੱਕੋ ਜਿਵੇਂ ਜੀ ਪੈਦਾ ਕਰਦੀ, ਇੱਕ ਦੂਜੇ ਚ ਵਸ ਕੇ। ਔਰਤ ਵੀ ਮਾਂ ਵਾ, ਧਰਤੀ ਵੀ ਮਾਂ ਹੈ। ਸੋ ਇਸ ਤਰ੍ਹਾਂ ਇਹਨਾਂ ਦਾ ਬਹੁਤ ਗੂੜਾ ਸੰਬੰਧ ਆ। ਉਹ ਵੀ ਮੌਲਦੀ ਆ। ਉਹਨਾਂ ਦਿਨਾਂ ਵਿੱਚ ਖੁਸ਼ੀਆਂ ਹਰਿਆਵਲ ਹੀ ਹਰਿਆਵਲ, ਮਨ ਦੇ ਚਾਹ ਵੀ ਉਮੜਦੇ ਆ। ਔਰ ਅਸੀਂ ਸਾਰੇ ਮਤਲਬ ਉਸ ਵੇਲੇ ਇੱਕ ਖੁਸ਼ੀ ਦਾ ਮਾਹੌਲ ਜਿਹਾ ਹੁੰਦਾ, ਫਸਲਾਂ ਜਿਹੜੀਆਂ ਲਹਿਰਾ ਰਹੀਆਂ ਹੁੰਦੀਆਂ ਹੈ ਨਾ, ਕੁਦਰਤ ਵੀ ਖੁਸ਼ ਹੁੰਦੀ ਹੈ, ਫੁੱਲ ਖਿੜੇ ਹੁੰਦੇ ਆ। ਫੁੱਲ ਖਿੜੇ ਵੇਖ ਕੇ ਅਸੀਂ ਖੇੜਾ, ਉਹ ਸਾਰੇ ਪਾਸੇ ਖੇੜਾ ਹੀ ਖੇੜਾ ਹੁੰਦਾ। ਉਹ ਤੀਆਂ ਦਾ ਤਿਉਹਾਰ ਜਿਹੜਾ ਖਾਸ ਕਰਕੇ ਸਾਉਣ ਦੇ ਮਹੀਨੇ ਵਿੱਚ ਤੇ ਕੁੜੀਆਂ ਜਿਹੜੀਆਂ ਬੋੜਾਂ ਦੇ ਥੱਲੇ ਜਾਂ ਮਤਲਬ ਗੁਰਦੁਆਰਿਆਂ ਦੇ ਲਾਗੇ ਜਾਂ ਜਿੱਥੇ ਕੋਈ ਮਾੜੀ ਮੋਟੀ ਜੇ ਮੀਂਹ ਆ ਗਿਆ ਤੇ ਛੱਤ ਥੱਲੇ ਹੋ ਗਈਆਂ, ਨਹੀਂ ਤੇ ਭਿੱਜ ਕੇ ਵੀ ਉਹਨਾਂ ਨੂੰ ਬੜਾ ਸਵਾਦ ਆਉਂਦਾ ਇਹਨਾਂ ਦਿਨਾਂ ਦੇ ਵਿੱਚ ਹੈ। ਸੋ ਇਸ ਕਰਕੇ ਇਹ ਜਿਹੜਾ ਇਹਦਾ ਆਲੇ ਦੁਆਲੇ ਨੂੰ ਵੀ ਖੁਸ਼ਹਾਲ ਬਣਾ ਦਿੰਦੀਆਂ। ਤੇ ਪੱਛੋਂ ਦੀਆਂ ਪੈਣ ਕਣੀਆਂ, ਮੇਰਾ ਭਿੱਜਿਆ ਵਰੀ ਦਾ ਲਹਿੰਗਾ, ਵੀ ਉਹ ਜਿਹੜੀਆਂ ਉਹ ਤੀਆਂ ਦੇ ਤਿਉਹਾਰ, ਤੀਆਂ ਤੇ ਬੜੇ ਹੁੱਬ ਕੇ ਬੜੇ ਚਾਅ ਦੇ ਨਾਲ ਉਹ ਲਹਿੰਗਾ, ਉਹ ਲਾਚਾ, ਉਹ ਸ਼ਰਾਰਾ ਪਾ ਕੇ ਜਦੋਂ ਇਕੱਠੀਆਂ ਹੋ ਕੇ ਤੇ ਵੰਨ ਸਵੰਨੀਆਂ ਜਿਹੜੀਆਂ ਪੁਸ਼ਾਕਾਂ ਨੇ ਸੋਹਣੀਆਂ ਬਣ ਕੇ ਜਾਂਦੀਆਂ ਨੇ, ਤੇ ਨਿੱਕੀਆਂ ਨਿੱਕੀਆਂ ਕਣੀਆਂ ਜਿਹੜੀਆਂ ਉਹ ਉਹਨਾਂ ਦੀਆਂ ਉਹਨਾਂ ਪੁਸ਼ਾਕਾਂ ਨੂੰ ਭਿਉਂ ਦਿੰਦੀਆਂ ਨੇ। ਤੇ ਫਿਰ ਉਸ ਵੇਲੇ ਦਬ ਕਰਦੀਆਂ ਭੱਜਦੀਆਂ ਕਿਸੇ ਆਸਰੇ ਦੇ ਥੱਲੇ ਲੱਭਦੀਆਂ। ਨਿੱਕੀਆਂ ਕਣੀਆਂ, ਨਿੱਕੇ ਨਿੱਕੇ ਚਾਹ ਹੁੰਦੇ ਨਿੱਕੀਆਂ ਨਿੱਕੀਆਂ ਕੁੜੀਆਂ ਦੇ, ਉਹ ਇਕੱਠੇ ਹੋ ਕੇ ਫਿਰ ਉਹ ਇੱਕਦਮ ਹੁਲਾਸ ਜਿਹਾ ਸਾਰਿਆਂ ਨੂੰ ਖੁਸ਼ ਕਰ ਦਿੰਦੇ ਆ ਹਨਾ। ਧਰਤੀ ਦੇ ਉੱਤੇ ਜਦੋਂ ਕੁੜੀਆਂ ਦੇ ਪੱਬ ਨੱਚਦੇ ਆ, ਧਰਤੀ ਵੀ ਖੁਸ਼ ਹੁੰਦੀ ਹੈ, ਉਹ ਵੀ ਇੱਕ ਦੁਆਵਾਂ ਦਿੰਦੀ ਆ। ਧਰਤੀ ਨਾਲ ਸਿੱਧਾ ਰਿਸ਼ਤਾ ਟੱਚ ਹੁੰਦਾ। ਔਰ ਦੂਸਰੀ ਗੱਲ ਹੈ ਕਿ ਤੀਆਂ ਦੇ ਵਿੱਚ ਗਿੱਧੇ ਦੇ ਵਿੱਚ ਨੱਚਦੇ ਆ ਜਿਹੜੀਆਂ ਕੁੜੀਆਂ, ਹੁਣ ਤਾਂ ਢੋਲਕੀ ਕਈ ਕੁਛ ਨਾਲ ਹੁੰਦਾ ਨਾ, ਉਸ ਵੇਲੇ ਕੋਈ ਸਾਜ਼ ਨਹੀਂ ਹੁੰਦਾ ਤੀਆਂ ਦੇ ਗਿੱਧੇ ਵਿੱਚ ਕੋਈ ਸਾਜ਼ ਨਹੀਂ ਹੁੰਦਾ। ਉਸ ਵੇਲੇ ਤਾੜੀਆਂ ਦੀ ਤਾਲ ਜਿਹੜੀ ਹੈ, ਲੰਮੀਆਂ ਬੋਲੀਆਂ, ਨਿੱਕੀਆਂ ਬੋਲੀਆਂ, 2 ਤੁਕੀਆਂ ਬੋਲੀਆਂ, 4 ਤੁਕੀਆਂ ਬੋਲੀਆਂ। ਸੋ ਬੁੱਢੀਆਂ ਜਿਹੜੀਆਂ ਹੁੰਦੀਆਂ ਆਪਣੀਆਂ ਲੰਮੀਆਂ ਬੋਲੀਆਂ ਹੈ ਨਾ, ਸੁਰਮਾ ਨਿੰਮਾ ਹੈ ਨਾ, ਬੜਾ ਸੋਹਣਾ। ਔਰ ਫਿਰ ਥੱਲੇ ਏਦਾਂ ਕਰਕੇ ਜਿਹੜਾ ਨੱਚਦੀਆਂ ਕਰਦੀਆਂ ਨੇ ਤੇ ਉਹ ਗਿੱਧਾ ਪਾਉਂਦੀਆਂ। ਫਿਰ ਦੂਸਰੀ ਗੱਲ ਨਾ ਉਹ ਪੱਕੜ ਵੀ ਕਹਿੰਦੇ ਜਿਹਨੇ ਨਾ, ਫੁੜਫੜੇ ਮਾਰਦੀਆਂ ਤੇ ਉਹ ਉਹਨਾਂ ਨੂੰ ਜਿਵੇਂ ਨੱਚਦੀਆਂ ਮੂੰਹ ਦੇ ਉੱਤੇ ਚੁੰਨੀਆਂ ਲੈ ਲੈਣਗੀਆਂ, ਪੂੰ ਵੇਖਿਆ ਕਰਦੇ ਨਾ, ਬਥੇਰਾ ਕਰਦੇ ਕੁੜੀਆਂ ਕਰਦੀਆਂ। ਉਹ ਇੰਨਾ ਮਤਲਬ ਉਹਨਾਂ ਨੂੰ ਭੁੱਲ ਜਾਂਦਾ ਸਾਰਾ ਕੁਝ ਉਸ ਵੇਲੇ, ਕੋਈ ਦੁੱਖ ਗਮ ਕੁਛ ਵੀ ਲਾਗੇ ਨੇੜੇ ਦੂਰ ਰਹਿ ਜਾਂਦੇ ਆ। ਤੇ ਉਹ ਇੰਨੀ ਨੱਚਦੀਆਂ ਨੇ, ਪੂੰ ਕਰਕੇ ਨੱਚਦੀਆਂ ਨਾ, ਉਹਨੂੰ ਕਹਿੰਦੇ ਰੂੰ ਪਿੰਜਣਾ। ਅੱਛਾ ਜੀ, ਰੂੰ ਪਿੰਜਣਾ ਮਤਲਬ ਨਾ ਵੀ ਜਿਵੇਂ ਰੂੰ ਪਿੰਜਦਾ ਤੁਮ ਖਿੜ ਕੇ ਨਿਕਲਦਾ ਤੇ ਪਿੰਜਦਾ। ਜਦੋਂ ਤੁਸੀਂ ਨਿੱਕੀਆਂ ਬੋਲੀਆਂ ਤੇ ਲੰਬੀਆਂ ਬੋਲੀਆਂ ਦੀ ਗੱਲ ਕੀਤੀ, ਇੱਕ ਜਿਹੜੀਆਂ ਆਮ ਤੌਰ ਦੇ ਉੱਤੇ ਗੱਠੀਆਂ ਹੁੰਦੜੇ ਉੱਚੀਆਂ ਲੰਮੀਆਂ, ਉਹਨਾਂ ਦੇ ਵਿੱਚ ਜੇ ਕਿਤੇ ਵਿਚਾਰੀ ਭੋਲੀ ਜੀ ਮਧਰੀ ਜੀ ਤੁਰੀ ਜਾਂਦੀ ਹੈ ਨਾ, ਉਹਦੇ ਵਾਸਤੇ ਵੀ ਲਿਫ ਜਾ ਨੀਕ ਪਾ ਦੀਏ ਛਿੱਟੀਏ ਮਧਰੋਂ ਨੂੰ ਲੰਘ ਲੈਣ ਦੇ। ਉਹ ਵੀ ਉਹ ਕਹਿੰਦੀ ਹੈ ਵੀ ਮੈਂ ਵੀ ਸੌਣ ਦਾ ਮਹੀਨਾ ਆਈ ਆ, ਵੀ ਇਹਦੇ ਵਿੱਚ ਵੱਡੇ ਤੇ ਛੋਟੇ ਦਾ ਤਾਂ ਕੋਈ ਮਤਲਬ ਹੀ ਨਹੀਂ। ਉਹ ਵੀ ਆਪਣੇ ਮਨ ਦੇ ਜਿਹੜੇ ਚਾਅ ਲੰਮੀਆਂ ਨੂੰ ਦਿਓ ਥੰਮੀਆਂ ਮੇਰੀ ਮਦਰ ਪਤਾਸੇ ਵਰਗੀ। ਸੋ ਫਿਰ ਮਤਲਬ ਉੱਥੇ ਕੋਈ ਅੱਛਾ, ਸਭ ਤੋਂ ਵੱਡੀ ਗੱਲ ਜਿਹੜੀ ਹੈ ਉਸ ਵਿੱਚ ਕੋਈ ਭੇਦਭਾਵ ਨਹੀਂ ਹੁੰਦਾ, ਕੋਈ ਧਰਮਾਂ ਦੀ ਗੱਲ ਨਹੀਂ ਹੁੰਦੀ, ਕੋਈ ਜਾਤ ਪਾਤ ਦੀ ਗੱਲ ਨਹੀਂ ਹੁੰਦੀ। ਸਾਰੀਆਂ ਕੁੜੀਆਂ ਕੀ ਉਸ ਵੇਲੇ ਹਿੰਦੂ, ਮੁਸਲਮਾਨ, ਸਿੱਖ ਸਭ ਜਿੰਨੀਆਂ ਵੀ ਆ, ਕਿਸੇ ਨੂੰ ਕੋਈ ਨਹੀਂ ਪਤਾ ਹੁੰਦਾ, ਬਸ ਇਕੱਠੀਆਂ ਹੋ ਕੇ ਨੱਚਣਾ, ਗਿੱਧਾ ਪਾਉਣਾ। ਤੇ ਕਈ ਜਿਹੜੀਆਂ ਮੋਹਤਬਾਰ ਹੁੰਦੀਆਂ ਉਹ ਨੱਚ ਕੇ ਫਾਵੀਆਂ ਹੋ ਜਾਂਦੀਆਂ ਤੇ ਉਦੋਂ ਥੱਕਦੀਆਂ ਵੀ ਨਹੀਂ ਆ। ਮਗਰੋਂ 2-3 ਦਿਨ ਬਾਅਦ ਪਤਾ ਲੱਗਦਾ ਹੋਊਗਾ ਜਦੋਂ ਖੱਲੀਆਂ ਪੈ ਜਾਂਦੀਆਂ, ਖੱਲੀਆਂ ਗੁਲੀਆਂ ਜਦੋਂ ਪੈਂਦੀਆਂ ਹੋਣਗੀਆਂ। ਪਰ ਉਸ ਵੇਲੇ ਤੇ ਉਹ ਨਿਸ਼ੰਗ ਹੋ ਕੇ ਬੋਲੀ, ਫਿਰ 1-2 ਜਣੀਆਂ ਅੱਗੇ ਆ ਕੇ ਬੋਲੀ ਪਾਉਂਦੀਆਂ ਨੇ ਹੌਲੀ ਹੌਲੀ, ਉਦੋਂ ਗਿੱਧਾ ਹੌਲੀ ਤਾਲ ਚੱਲਦਾ। ਇਹ ਹੌਲੀ ਹੌਲੀ ਮੱਧਮ ਦੀ ਜਿਹੜੀ ਤੋਰ ਹੈ ਨਾ, ਇਹ ਪ੍ਰੋਗਰਾਮ ਗੱਲਾਂ ਤੇ ਗੀਤ ਤੁਸੀਂ ਇਸ ਵੇਲੇ ਵੇਖ ਰਹੇ ਹੋ ਜੀ। ਡਾਕਟਰ ਤੇਜਿੰਦਰ ਕੌਰ, ਪਰਤ ਦਰ ਪਰਤ ਤੀਆਂ ਤੀਜ ਦੀਆਂ, ਇਸ ਵਿਸ਼ੇ ਦੇ ਉੱਤੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ। ਉੱਘੇ ਲੇਖਕਾਂ ਨੇ, ਸਾਹਿਤਕਾਰ ਨੇ, ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦੀ ਇੱਕ ਗੜੁੱਚ ਸ਼ਖਸੀਅਤ, ਸ਼੍ਰੋਮਣੀ ਪੁਰਸਕਾਰ ਬਾਲ ਸਾਹਿਤ ਦੇ ਵਿੱਚ ਉਹਨਾਂ ਨੂੰ ਨਿਵਾਜ਼ਿਆ ਗਿਆ ਹੈ। ਤੇ
ਇਹ ਜਿਹੜੀ ਸ਼ਖਸੀਅਤ ਆਪਣੇ ਆਪ ਦੇ ਅੰਦਰ ਹੀ ਨਾ, ਆਪਣੇ ਅੰਦਰ ਉਹਨਾਂ ਨੇ ਖੋਰੇ ਕਿੰਨੇ ਹੀ ਅਜਿਹੇ ਸਾਉਣ ਦੇ ਤਿਉਹਾਰ ਤੇ ਤੀਆਂ ਤੀਜ ਦੀਆਂ ਮਨਾਈਆਂ, ਜਿਹਦੇ ਕਰਕੇ ਇੰਨਾ ਜ਼ਿਆਦਾ ਅੰਦਰ ਜਿਹੜਾ ਗਿਆਨ ਹੈ ਉਹ ਭਰ ਤੁਹਾਨੂੰ ਵੰਡ ਰਹੇ ਨੇ। ਇੱਕ ਵਾਰੀ ਫੇਰ ਅਸੀਂ ਬੜੇ ਵਡਭਾਗੇ ਹਾਂ ਵੀ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਹੋ ਰਹੀ, ਗੱਲਬਾਤ ਹੋ ਰਹੀ ਹੈ। ਤੁਸੀਂ ਆਪ ਕਦੇ ਮੈਮ ਤੀਆਂ ਦਾ ਤਿਉਹਾਰ ਇੱਦਾਂ ਕਿਸੇ ਪਿੱਪਲ ਥੱਲੇ, ਬੋਹੜ ਥੱਲੇ ਇਕੱਠੇ ਹੋ ਕੇ ਮਨਾਇਆ ਗਏ ਕਦੇ? ਮੈਂ ਬੇਟੇ ਨਵਜੋਤ, ਮੈਂ ਜਦੋਂ ਛੋਟੀ ਸੀ ਨਾ, ਮੈਂ ਐਕਚੁਅਲੀ 6ਵੀਂ ਜਮਾਤ ਤੱਕ ਮੈਂ ਆਪਣੇ ਪਿੰਡ ਘਰੇ ਆ ਮੇਰਾ ਜਿਹੜਾ ਜੀ, ਉਦੋਂ ਮੈਂ ਉੱਥੇ ਰਹਿੰਦੀ ਸੀ। ਤੇ ਉਦੋਂ ਤੀਆਂ ਦੇ ਤਿਉਹਾਰ ਜਿਹੜਾ ਸੀ ਲੱਗਦਾ ਸੀ, ਉਹ ਸਾਡੇ ਰੇਲਵੇ ਲਾਈਨ ਲੰਘਦੀ ਲੱਗ ਹੁੰਦੀ, ਉਹਦੇ ਲਾਗੇ ਇੱਕ ਪਿੱਪਲ ਸੀ, ਇੱਕ ਬੋਰਡ ਸੀ, ਮੈਨੂੰ ਹੁਣ ਯਾਦ ਨਹੀਂ ਰਿਹਾ, ਬਹੁਤ ਹੋ ਗਿਆ ਉਸ ਵੇਲੇ ਉੱਤੇ ਹੈ, ਹੁਣ ਤਾਂ ਉਹ ਵੀ ਨਹੀਂ ਉੱਥੇ ਦਿਸਦਾ। ਉਦੋਂ ਉਹਦੇ ਥੱਲੇ ਲੱਗੇ ਨਿੱਕੇ ਨਿੱਕੇ ਪਿੰਡਾਂ ਦੇ ਵਿੱਚੋਂ ਵੀ ਆ ਜਾਂਦੇ ਸੀ, ਜਿਹੜੇ ਕੋਲ ਪਿੰਡਾਂ ਇਕੱਠੀਆਂ ਤੀਆਂ ਲੱਗਦੀਆਂ ਸੀ, ਇਕੱਠੇ ਲੱਗ ਜਾਣਾ। ਤੇ ਮੈਂ ਵੀ ਜਾਂਦੀ ਹੁੰਦੀ ਸੀ। ਤੇ ਉਸ ਵੇਲੇ ਮਤਲਬ ਤੀਆਂ ਦੇ ਵਿੱਚ ਨੱਚਦੀਆਂ ਸੀ ਬੁੱਢੀਆਂ ਵੀ, ਕਈ ਵਾਰੀ ਨਿੱਕੀਆਂ ਕੁੜੀਆਂ ਜਿਹੜੀਆਂ ਉਹ ਅੱਡ ਹੀ ਆਪਣਾ ਗਿੱਧਾ ਲਾ ਲੈਂਦੀਆਂ ਸੀ, ਤੇ ਜਿਹੜੇ ਗਿੱਧੇ ਦਾ ਪੇੜ ਬਣਾਉਣਾ, ਜੇ ਬਹੁਤ ਸਾਰੀਆਂ ਇਕੱਠੀਆਂ ਹੋ ਜਾਣੀਆਂ ਤੇ ਉਹ ਵੱਡਾ ਸਾਰਾ ਗਿੱਧੇ ਦਾ ਪੇੜ ਲੱਗ ਜਾਂਦਾ ਸੀ, ਉਹਦੇ ਵਿੱਚ ਉਦੋਂ ਨੱਚਦੀਆਂ ਮੈਂ ਆਪ ਵੇਖੀਆਂ। ਪਰ ਜਿਵੇਂ ਮਤਲਬ ਕਹਿੰਦੇ ਨਾ ਵੀ ਬਹੁਤ ਜ਼ਿਆਦਾ ਤਿਆਰ ਤੁਰ ਹੋ ਕੇ ਜਾਂ ਲਹਿੰਗੇ ਪਾ ਕੇ, ਉਦੋਂ ਨਹੀਂ ਆ। ਉਦੋਂ ਜਿਹੜੇ ਪਿੰਡਾਂ ਦੇ ਵਿੱਚ ਕੋਈ ਖੇਤੀਬਾੜੀ ਚ ਲੋਕਾਂ ਕੋਲ ਜ਼ਮੀਨ ਨਹੀਂ ਸੀ, ਸਾਡੇ ਇਲਾਕੇ ਵਿੱਚ ਅੰਮ੍ਰਿਤਸਰ ਦੇ ਮਾਝੇ ਵਿੱਚ ਬਹੁਤਿਆਂ ਕੋਲ ਉਦੋਂ ਕਈ ਪਿੰਡਾਂ ਚ ਨਾ ਘੱਟ ਹੀ ਜ਼ਮੀਨਾਂ ਹੁੰਦੀਆਂ ਸੀਗੀਆਂ। ਤੇ ਉਹ ਫਿਰ ਜਿੱਦਾਂ ਵੀ ਹੈਗੀਆਂ, ਕੋਈ ਉਹਨਾਂ ਨੂੰ ਹੁੰਦਾ ਚਾਹ ਹੁੰਦਾ ਸੀ ਬਸ, ਪਰ ਆਪਣੇ ਵੱਲੋਂ ਵਧੀਆ ਤੋਂ ਵਧੀਆ ਸੂਟ ਕੱਢਣਾ ਆਪਣਾ ਜਿਹੜਾ ਵੀ ਹੈਗਾ, ਤੇ ਉਹਦੇ ਵਿੱਚ ਜਾ ਕੇ ਤੇ ਨਿੱਕੀਆਂ ਕੁੜੀਆਂ ਨੇ ਫਰਾਕ ਗਰਾਰੇ ਪਾਉਂਦੀਆਂ ਹੁੰਦੀਆਂ ਸੀਗੀਆਂ, ਰਿਬਨ ਕਰਨੇ, ਪਿੰਗਾਂ ਜਿਵੇਂ ਗੁੱਤਾਂ ਕਰਨੀਆਂ, ਜਿਹੜੇ ਰਿਬਨ ਪਾ ਕੇ ਨਾ ਤੇ ਕਰੇਲੇ ਜਿਹੇ ਬਣਾ ਕੇ ਕਰਨੇ। ਸੋ ਉਦਾਂ ਕੁੜੀਆਂ ਤਿਆਰ ਹੋ ਕੇ ਫਰਾਕਾਂ ਪਾ ਕੇ ਤੇ ਉਹਨਾਂ ਦੇ ਫਰਾਕਾਂ ਗਰਾਰੇ ਪਾਉਣੇ ਪਾ ਕੇ, ਉਦੋਂ ਉਹਦੇ ਵਿੱਚ ਜਾ ਕੇ ਤੇ ਉਹਨਾਂ ਨੇ ਨੱਚਣਾ। ਮੈਂ ਵੀ ਵੇਖਦੀ ਹਾਂ, ਮੈਂ ਵੀ ਨੱਚਦੇ ਹੁੰਦੇ ਸੀ। ਉਹ ਸਾਨੂੰ ਕਈ ਵਾਰੀ ਬੋਲੀਆਂ ਸੁਣ ਕੇ ਤੇ ਉਸ ਚਿੱਤੇ ਹੋ ਜਾਣੇ ਆ, ਤੇ ਪਰ ਪਤਾ ਨਹੀਂ ਸੀ ਹੁੰਦਾ ਮਤਲਬ ਕੀ ਹੈ ਨਾ। ਤੇ ਉਹ ਕਈ ਵਾਰੀ ਹੋਣਾ ਜਦੋਂ ਸਾਡੇ ਵਰਗਿਆਂ ਨੇ ਵਿੱਚ ਨਿੱਕੇ ਮੈਨੂੰ ਯਾਦ ਆ, ਇੱਕ ਵਾਰੀ ਅਸੀਂ ਇੱਦਾਂ ਇੱਕ ਬੋਲੀ ਇੱਦਾਂ ਸੁਣੀ ਕਿਤੋਂ, ਤੇ ਉਹ ਅਸੀਂ ਪਾਤੀ, ਉਹ ਜਿਉਂ ਲੱਗੀਆਂ ਹੱਸਣ, ਜਿਉਂ ਅਸੀਂ ਨੱਚਣ ਲੱਗ ਗਏ। ਮੇਰੇ ਨਾਲ ਮੇਰੀ ਇੱਕ ਕਜ਼ਨ ਸੀਗੀ, ਮੇਰੀ ਭੂਆ ਦੀ ਕੁੜੀ, ਉਹ ਮੇਰੇ ਨਾਲ ਅਸੀਂ ਨੱਚਣ ਲੱਗ ਪਈਆਂ ਤੇ ਗਿੱਧਾ ਉਹ ਪਾਉਣ ਲੱਗੀਆਂ, ਬੋਲੀ ਪਾਈ, ਤੇ ਉਹ ਸਾਰੀਆਂ ਜਿਹੜੀਆਂ ਹੱਸਣ ਲੱਗ ਗਈਆਂ, ਗਿੱਧਾ ਹੋਰ ਤੇਜ਼ ਹੋ ਗਿਆ। ਅਸੀਂ ਸਮਝਿਆ ਪਤਾ ਨਹੀਂ ਅਸੀਂ ਨੱਚਦੀਆਂ ਬਹੁਤ ਸੋਹਣਾ, ਤਾਂ ਕਰਕੇ ਖੁਸ਼ ਹੋ ਰਿਹਾ ਸਾਨੂੰ। ਉਹ ਮੈਨੂੰ ਕਿਤੇ ਵੱਡੇ ਜਾ ਕੇ ਹੋ ਕੇ ਪਤਾ ਲੱਗਾ ਵੀ ਇਹਦਾ ਮਤਲਬ ਕੀ ਸੀ ਬੋਲੀ ਦਾ। ਉਹ ਤੇ ਬੋਲੀ ਤੇ ਹੱਸਦੀਆਂ ਸੀ, ਮਤਲਬ ਪਤਾ ਨਹੀਂ ਹੁੰਦਾ ਨਾ ਕਈ ਵਾਰੀ ਆਪਾਂ ਨੂੰ ਬਾਅਦ ਚ ਪਤਾ ਲੱਗਦਾ ਵੀ ਇਹਦਾ ਮਤਲਬ ਆ ਸੀ, ਉਹ ਤਾਂ ਹੱਸਦੀਆਂ ਸੀ। ਸੋ ਉਹ ਮੈਂ ਹੁਣ ਉਹ ਬੋਲੀ ਮੈਂ ਇੱਥੇ ਵੀ ਨਹੀਂ ਪਾਉਣੀ, ਕਿਉਂਕਿ ਆਪਣੇ ਕਈ ਗੱਲਾਂ ਏਦਾਂ ਦੀਆਂ। ਹਾਂਜੀ, ਇਹੀ ਇੱਕ ਮਨ ਦਾ ਵਲਵਲਾ ਹੈ। ਹਾਂ, ਇਹ ਇੱਕ ਆਪਣੇ ਮਨ ਦੇ ਭਾਵ ਨੇ ਜਿਨ੍ਹਾਂ ਨੂੰ ਅਸੀਂ ਨਾ ਖੁੱਲ੍ਹ ਕੇ ਤੇ ਆਪਣੀਆਂ ਸਖੀਆਂ ਤੱਕ ਆਪਣੇ ਮਾਹੌਲ ਦੇ ਵਿੱਚ ਗੱਲਬਾਤ ਦੇ ਰਾਹੀਂ, ਅਸੀਂ ਉਹਨਾਂ ਬੋਲੀਆਂ ਦੇ ਰਾਹੀਂ, ਅਸੀਂ ਉਹਨਾਂ ਧਾਰਨਾ ਦੇ ਰਾਹੀਂ ਨੱਚ ਕੇ ਤੇ ਗਾ ਕੇ ਤੇ ਪਹੁੰਚਾ ਸਕਦੇ ਹਾਂ। ਹਾਂ, ਬਿਲਕੁਲ ਇਹ ਸਾਡਾ ਜ਼ਰੀਆ ਬਣਦੇ ਨੇ, ਕਿਉਂਕਿ ਤੁਸੀਂ ਆਖਿਆ ਕਿ ਉਦੋਂ ਮਨੋਰੰਜਨ ਦੇ ਸਾਧਨ ਨਹੀਂ ਸੀ ਹੈਗੇ ਇੰਨੇ। ਉੱਥੋਂ ਪਿੱਪਲਾਂ ਤੇ ਬੋਹੜਾਂ ਦੀਆਂ ਛਾਵਾਂ ਚੋਂ ਤੀਆਂ ਨੂੰ ਮਾਣਦੇ, ਤੀਆਂ ਨੂੰ ਮਨਾਉਂਦੇ, ਹੁਣ ਅਸੀਂ ਇਸ ਵੇਲੇ ਦੀਆਂ ਜਿਹੜੀਆਂ ਤੀਆਂ ਨੇ, ਜਿਹਨੂੰ ਅਸੀਂ ਮਾਡਰਨ ਤੀਆਂ ਕਹਿ ਦਿੱਤੀਆਂ, ਆਧੁਨਿਕ ਤੀਆਂ ਵੱਲ ਲੈ ਆਏ ਅਸੀਂ ਇਹਨਾਂ ਨੂੰ। ਤੇ ਇਹ ਫਿਰ ਤੁਸੀਂ ਇਹਨਾਂ ਤੀਆਂ ਨੂੰ ਉਸ ਸਰੂਪ ਦੇ ਵਿੱਚ ਕਿਵੇਂ ਵੇਖਦੇ ਹੋ? ਦੇਖੋ, ਹੁਣ ਜ਼ਮਾਨਾ ਬਦਲ ਗਿਆ, ਔਰ ਜ਼ਮਾਨੇ ਦੇ ਬਦਲਣ ਦੇ ਨਾਲ ਬਦਲਣਾ ਵੀ ਜ਼ਰੂਰੀ ਹੁੰਦਾ, ਕਿਉਂਕਿ ਹਾਲਾਤ ਬਦਲ ਗਏ। ਉਦੋਂ ਤੀਆਂ ਲੱਗਦੀਆਂ ਸੀ, ਤੀਜ ਤੋਂ ਲੈ ਕੇ 13 ਦਿਨ ਤੀਆਂ ਲੱਗਦੀਆਂ ਸੀ, ਤੇ ਮਤਲਬ ਪੁੰਨਿਆਂ ਦੇ ਚੰਨ ਤੱਕ ਜਦ ਪੂਰਾ ਚੰਨ ਹੁੰਦਾ ਸੀ, ਉਦੋਂ ਕੁੜੀਆਂ ਪੁੰਨਿਆਂ ਤੇ ਰੱਖੜੀ ਆ ਜਾਂਦੀ ਨਾ ਫਿਰ ਉਸੇ ਤੀਆਂ ਤੇ ਉਹ ਜਿਹੜੀਆਂ ਕੁੜੀਆਂ ਜਿਹੜੀਆਂ ਪੇਕੇ ਆਈਆਂ ਹੁੰਦੀਆਂ ਸੀ, ਉਹ ਆਪਣੇ ਵੀਰਾਂ ਨੂੰ ਜੋ ਚੰਨ ਨਾਲ ਸਾਡੇ ਕਈ ਰਿਸ਼ਤੇ ਨੇ। ਚੰਨ ਸਾਨੂੰ ਪੁੱਤ ਵੀ ਲੱਗਦਾ ਹੈ, ਚੰਨ ਸਾਨੂੰ ਭਰਾ ਵੀ ਲੱਗਦਾ ਹੈ, ਚੰਨ ਸਾਨੂੰ ਮਾਹੀ ਵੀ ਲੱਗਦਾ। ਮਤਲਬ ਜਿਹੜੀ ਵੀ ਚੀਜ਼ ਖੂਬਸੂਰਤ ਹੈ ਉਹਨੂੰ ਅਸੀਂ ਚੰਨ ਨਾਲ ਜੋੜ ਦਿੰਦੇ ਹਾਂ। ਮੇਰਾ ਚੰਨ ਪੁੱਤ, ਮੇਰਾ ਚੰਨ ਮਾਹੀ ਹੈ, ਮੇਰਾ ਚੰਨ ਵੀਰ ਹੈ ਨਾ। ਸੋ ਉਹ ਆਪਣਾ ਜਦੋਂ ਚੰਨ ਹੌਲੀ ਹੌਲੀ ਜਦੋਂ ਚੰਨ ਨਾਲ ਜੁੜਿਆ ਹੋਇਆ, ਇਹ ਜਿਹੜਾ ਤਿਉਹਾਰ ਵੀ ਇੱਕ ਕਿਸਮ ਦਾ ਵੀ ਜਿਉਂ ਚੰਨ ਵੱਧਦਾ, ਇੱਕ ਸਾਡੀ ਜਿਵੇਂ ਬਚਪਨ ਤੋਂ ਜਵਾਨੀ ਵੱਲ ਨੂੰ ਸਿਖਰ ਹੁੰਦਾ, ਚੰਨ ਜਿਹੜਾ ਤੋਂ ਸਿਖਰ ਹੈ ਨਾ। ਤਾਂ ਕੁੜੀ ਜਦੋਂ ਪੂਰੀ ਸਿਖਰ ਜਵਾਨ, ਤੇ ਉਹਨੂੰ ਚੰਨ ਜਿਹੜਾ ਆਪਣੇ ਉਸੇ ਪੁੰਨਿਆਂ ਵਾਲੇ ਦਿਨ ਰੱਖੜੀ ਆ ਜਾਂਦੀ ਹੈ। ਫਿਰ ਉਹ ਆਪਣੇ ਵੀਰਾਂ ਨੂੰ ਰੱਖੜੀਆਂ ਬੰਨ੍ਹ ਕੇ ਕੁੜੀਆਂ, ਤੇ ਫਿਰ ਉਹ ਫਿਰ ਉਹਨਾਂ ਨੂੰ ਮਤਲਬ ਰੱਖੜੀ ਬੰਨ੍ਹਣ ਤੋਂ ਬਾਅਦ ਫਿਰ ਉਹਨਾਂ ਨੂੰ ਜਿਵੇਂ ਉਹ ਚੰਨ ਵਿੱਚੋਂ ਉਹਨਾਂ ਨੂੰ ਚੇਤਾ ਆਉਂਦਾ ਵੀ ਮੈਂ ਤੇ
ਮਤਲਬ ਚੰਨ ਮਾਹੀ ਵੀ ਦਿਸਣ ਲੱਗ ਪੈਂਦਾ ਵੀ ਵਿੱਚੋਂ। ਫਿਰ ਉਹ ਉਸ ਤੋਂ ਬਾਅਦ ਕੁੜੀਆਂ ਤੱਕੜੀ ਬੰਨ ਕੇ ਤੇ ਫਿਰ ਉਹ ਮਤਲਬ ਆਪਣੇ ਤਿਆਰੀ ਹੋ ਜਾਂਦੀ ਹੈ ਵਾਪਸ ਪਰਤਣ ਦੀ, ਸਾਰੇ ਚਲੀਆਂ ਜਾਂਦੀਆਂ ਹਨਾ। ਤੇ ਉਹ ਤਿਉਹਾਰ ਜਿਹੜਾ ਹੌਲੀ ਹੌਲੀ ਜਿਹੜਾ ਉਹ ਪੂਰੇ ਸਿਖਰ ਤੇ ਜਾ ਕੇ ਤੇ ਉਦੋਂ 13 ਦਿਨ ਤੀਆਂ ਲੱਗਦੀਆਂ। ਤੇ 13 ਤਰੀਕ ਦਾ 13 ਦਾ ਤੇ ਵੈਸੇ ਵੀ ਸਾਡੇ 13 ਦਿਨ ਲੱਗਦੀਆਂ ਤੀਆਂ। ਉਹਦਾ 13 ਦਾ ਤੇ ਸਾਡੇ ਸਮਾਜ ਸਾਡੇ ਸੱਭਿਆਚਾਰ ਦੇ ਵਿੱਚ ਵੈਸੇ ਵੀ ਖਾਸ ਮਹੱਤਵ ਹੈ ਨਾ, ਕਿਉਂਕਿ ਬੱਚੇ ਦਾ 13ਵਾਂ ਮਨਾਉਂਦੇ ਆ ਅਸੀਂ। ਜਦੋਂ ਬੱਚਾ 13 ਦਿਨ ਦਾ ਹੁੰਦਾ ਉਦੋਂ ਅਸੀਂ ਖਾਸ ਤੌਰ ਤੇ 13ਵਾਂ ਮਨਾਉਂਦੇ ਆ ਹੈ ਨਾ। ਸੋ 13 ਦੇ ਨਾਲ 13 ਵੀ ਜੁੜ ਗਿਆ, ਵਾਹਿਗੁਰੂ ਰੱਬ ਦਾ ਨਾਮ। ਬਾਬੇ ਨਾਨਕ ਨੇ ਵੀ 13 ਤੋਂ ਬਿੰਦੀ ਲਾ ਕੇ 13 ਕਰਨਾ ਸ਼ੁਰੂ ਕਰਤਾ। ਸੋ 13 ਜਿਹੜਾ ਸਾਡਾ, ਕਈ ਲੋਕ 13 ਨੂੰ ਇਦਾਂ ਨਹੀਂ ਸਮਝਦੇ, ਪਰ ਸਾਡੇ ਸਮਾਜ ਦੇ ਸੱਭਿਆਚਾਰ ਦੇ ਵਿੱਚ 13 ਸ਼ਬਦ ਜਿਹੜਾ 13ਵਾਂ ਮਨਾਉਣਾ, 13 ਦਿਨ ਦੀਆਂ ਤੀਆਂ, ਤੇ ਤੀਜ ਤੋਂ ਲੈ ਕੇ 13 ਦਿਨ ਤੱਕ ਤੀਆਂ ਲੱਗਦੀਆਂ ਨੇ ਜਿਹੜੀਆਂ। ਤੇ ਸਾਡੇ ਪਿੰਡ ਲੱਗਦੀਆਂ ਹੁੰਦੀਆਂ ਸੀ, ਉਹ ਤਕਰੀਬਨ ਹਰ ਐਤਵਾਰ ਨੂੰ ਤੀਆਂ ਲਾਉਂਦੇ ਹੁੰਦੇ ਸੀਗੇ, ਕਿਉਂਕਿ ਵੇਲੇ ਹੋ ਕੇ। ਸੋ ਅੱਜ ਕੱਲ੍ਹ ਦੀ ਜਿਹੜੀ ਗੱਲ ਹੈ ਉਹ ਉੱਥੋਂ ਆ ਕੇ ਤੇ ਹੁਣ ਕਿਉਂਕਿ ਸਾਡੇ ਸਾਰਾ ਸੱਭਿਆਚਾਰ ਜਿਹੜਾ ਵਾ, ਸਾਡੇ ਕੰਮ ਧੰਦੇ ਬਦਲ ਗਏ ਆ, ਕੁੜੀਆਂ ਵੀ ਨੌਕਰੀ ਕਰਨ ਲੱਗ ਗਈਆਂ, ਮਤਲਬ ਪੜ੍ਹਨ ਲਿਖਣ ਲੱਗ ਗਈਆਂ। ਉਦੋਂ ਨਹੀਂ ਸੀ ਪੜ੍ਹਾਈ ਹੁੰਦੀ, ਤੇ ਹੁਣ ਉਹਨਾਂ ਦੇ ਕੋਲ ਨੌਕਰੀ ਦੇ ਕੁੜੀਆਂ ਵੀ ਜਾਂਦੀਆਂ, ਮੁੰਡੇ ਵੀ ਜਾਂਦੇ ਆ ਆਪੋ ਆਪਣਾ। ਸੋ ਸਮੇਂ ਦੀ ਘਾਟ ਕਰਕੇ ਪਰ ਅਸੀਂ ਫਿਰ ਵੀ ਆਪਣੀਆਂ ਜੜ੍ਹਾਂ ਨਾਲ, ਆਪਣੇ ਕਲਚਰ ਨਾਲ ਜੁੜੇ ਹੋਏ ਆ ਹੈ ਨਾ। ਸੋ ਇਸ ਕਰਕੇ ਉਸ ਟ੍ਰੈਡੀਸ਼ਨ ਨੂੰ ਅਸੀਂ ਭਾਵੇਂ ਸਿੰਬੋਲਿਕ ਤੌਰ ਦੇ ਉੱਤੇ ਮਨਾਈਏ ਹੈ ਨਾ, ਪਰ ਹੁਣ ਵੈਸੇ ਜਦੋਂ ਭਾਵੇਂ ਉਹ ਜਿਹੜਾ 13 ਦਿਨ ਦਾ ਤਿਉਹਾਰ ਸੀ ਉਹ ਹੁਣ ਭਾਵੇਂ 3 ਘੰਟਿਆਂ ਦਾ ਹੀ ਰਹਿ ਗਿਆ ਹੋਵੇ ਹੈ ਨਾ। ਸੋ ਪਰ ਅਸੀਂ ਉਹਦੇ ਨਾਲ ਅਜੇ ਵੀ ਜੁੜੇ ਹੋਏ ਹਾਂ। ਆ ਜਿਹੜਾ ਅੱਜ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਇਹਦਾ ਅਸੀਂ ਜੁੜੇ ਹੀ ਹੋਏ ਤਾਂ ਹੀ ਇੱਥੇ ਇਕੱਠੇ ਹੋਏ ਆ। ਔਰ ਇਹਦੇ ਨਾਲ ਜਿਹੜੇ ਇਸ ਵੇਲੇ ਸਾਡੇ ਨਾਲ ਜੁੜੇ ਨੇ, ਜਿਹੜੇ ਜਿਨ੍ਹਾਂ ਦੇ ਅੰਦਰ ਇੱਕ ਤਾਂਘ ਹੈ, ਜਿਨ੍ਹਾਂ ਦੇ ਅੰਦਰ ਇੱਕ ਚੇਟਕ ਹੈ ਵੀ ਅਸੀਂ ਵੀ ਇਹਦੇ ਬਾਰੇ ਜਾਣਨਾ ਚਾਹੁੰਦੇ ਹਾਂ, ਉਹ ਗਾਹੇ ਬਗਾਹੇ ਉਹ ਜਾਣੇ ਅਣਜਾਣੇ ਦੇ ਵਿੱਚ ਵੀ ਇਹਨਾਂ ਤੀਆਂ ਦਾ ਇੱਕ ਹਿੱਸਾ ਬਣ ਗਏ। हाँ बिल्कुल बन गए। ਤੁਸੀਂ ਦੇਖੋ, ਮੈਂ ਮੇਰੇ ਫਰੈਂਡ ਨੇ ਡਾਕਟਰ ਰਘਬੀਰ ਕੌਰ, ਉਹਨਾਂ ਦੀ ਬੇਟੀ ਹੈ ਰਿੰਕਲ, ਇਸ ਵੇਲੇ ਕੌਂਸਲ ਚੁਣੀ ਗਈ ਉੱਥੇ ਇੰਗਲੈਂਡ ਦੇ ਵਿੱਚ, ਬਰਮਿੰਗਮ ਦੇ ਵਿੱਚ। ਉਹ ਮੈਨੂੰ ਹਰ ਸਾਲ ਜਦੋਂ ਉਹ ਤੀਆਂ ਬੜੇ ਚਿਰ ਤੋਂ ਜਾ ਕੇ, ਮੇਰਾ ਖਿਆਲ ਇੰਗਲੈਂਡ 'ਚ ਉਹਨੇ ਹੀ ਸ਼ੁਰੂ ਕੀਤੀਆਂ, ਤਾਂ ਉਹ ਹਰ ਸਾਲ ਮੈਨੂੰ ਪੁੱਛੋਗੇ, ਆਂਟੀ ਮੈਨੂੰ ਤੀਆਂ ਬਾਰੇ ਕੋਈ ਬੋਲੀਆਂ ਦੱਸੋ, ਤੀਆਂ ਬਾਰੇ ਕੋਈ ਸਵਾਲ। ਫਿਰ ਉਹ ਤਰੀਕਾ ਬਦਲ ਗਿਆ ਨਾ। ਉਸ ਵੇਲੇ ਜਿਵੇਂ ਆਪਾਂ ਤੰਬੋਲਾ ਖੇਡਦੇ ਆ, ਉਸ ਤਰ੍ਹਾਂ ਤੀਆਂ ਦੇ ਵਿੱਚ ਨੱਚ ਕੇ, ਫਿਰ ਉਹਦੇ ਵਿੱਚ ਜਿਹੜੀ ਕੋਈ ਜ਼ਿਆਦਾ ਗਿੱਧਾ ਵਧੀਆ ਪਾਉਂਦੀ ਹੈ ਉਹਨੂੰ ਉਹਦੇ ਵਾਸਤੇ ਇਨਾਮ ਰੱਖੇ ਜਾਂਦੇ ਆ, ਜਾਂ ਫਿਰ ਉਹਨੂੰ ਸਵਾਲ ਕਿੱਦਾਂ ਪੁੱਛੇ ਜਾਂਦੇ, ਵੀ ਕੋਈ ਮੈਨੂੰ ਸਵਾਲ ਵੀ ਦੱਸੋ। ਸਵੈਦਕਾ ਵੀ ਉਹਨੇ ਮੈਨੂੰ ਪੁੱਛੇ ਸੀ ਵੀ ਕਿਹੜੇ ਸਵਾਲ ਮੈਂ ਪੁੱਛਣੇ ਚਾਹੀਦੇ ਆ, ਤੇ ਮੈਨੂੰ ਕਿਹਾ ਵੀ ਪਹਿਲੀ ਗੱਲ ਤੇ ਪੁੱਛੋ ਮਹੀਨਿਆਂ ਦੇ ਨਾਂ ਕਿਹੜੇ ਦੇਸੀ ਮਹੀਨਿਆਂ ਦੇ ਨਾਂ, ਕਿਉਂਕਿ ਦੇਸੀ ਮਹੀਨਿਆਂ ਦੇ ਨਾਂ ਜਿਹੜੇ ਆ ਉਹ ਵੀ ਅੱਜ ਕੱਲ੍ਹ ਸਾਰਿਆਂ ਨੂੰ ਨਹੀਂ ਪਤਾ ਹੈ ਨਾ। ਤੇ ਸਾਉਣ ਦਾ ਮਹੀਨਾ ਕਿਹੜਾ ਆ, ਤੇ ਸਾਉਣ ਦੇ ਮਹੀਨੇ ਦੇ ਕੀ ਮਹੱਤਤਾ ਆ, ਸਾਰੀਆਂ ਉਹ ਗੱਲਾਂ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੇ ਸਵਾਲ ਜਿਹੜੇ ਆ, ਤੀਆਂ ਕਿਉਂ ਮਨਾਉਂਦੇ, ਸਾਰਾ ਜੋ ਤੁਸੀਂ ਪੁੱਛ ਰਹੇ ਏਦਾਂ ਉਹ ਪੁੱਛਦੀ ਆ, ਉਹਨੂੰ ਫਿਰ ਦੱਸਿਆ, ਉਹ ਫਿਰ ਉਹ ਤੋਂ ਸਾਰੇ ਜਾਣੂ ਹੋਏ। ਇਹ ਆਧੁਨਿਕ ਤਰੀਕੇ ਨੇ, ਅਸੀਂ ਇਹਦੇ ਨਾਲ ਆਪਣਾ ਜਿਹੜਾ ਤੀਆਂ ਦਾ, ਸਾਉਣ ਦੇ ਮਹੀਨੇ ਦਾ, ਤੀਆਂ ਤੀਜ ਦੀਆਂ, ਇਹਦਾ ਇੱਕ ਮਹੱਤਵ ਜਿਹੜਾ ਹੈ ਉਹ ਵੀ ਅਸੀਂ ਸਾਹਮਣੇ ਵਾਲੇ ਤੱਕ ਪਹੁੰਚਾ ਦਿੱਤਾ। ਬਿਲਕੁਲ ਵੀ ਜਿਹਨਾਂ ਨੇ ਪਹਿਲੀ ਵਾਰੀ ਸ਼ਾਇਦ ਇਹ ਸਾਰੀ ਗੱਲਬਾਤ ਸੁਣੀ, ਜਾਂ ਜਿਹੜੇ ਪਹਿਲੀ ਵਾਰੀ ਕਿਤੇ ਇਸ ਮੇਲੇ ਦੇ ਵਿੱਚ, ਤੀਆਂ ਦੇ ਮੇਲੇ 'ਚ ਜਿਹੜੀਆਂ ਪਹੁੰਚੀਆਂ, ਉਹਨਾਂ ਨੂੰ ਵੀ ਪਤਾ ਲੱਗ ਗਿਆ ਉਹਦੇ ਬਾਰੇ। ਹਾਂ ਬਿਲਕੁਲ। ਹੁਣ ਦੇ ਸਾਰੇ ਕਾਲਜਾਂ ਵਿੱਚ ਤੁਸੀਂ ਦੇਖਦੇ ਹੋ ਅੱਜ ਕੱਲ੍ਹ ਵੀਡੀਓ ਵਿੱਚ, ਅੱਗੇ ਤੁਸੀਂ ਨਾ ਮੁੰਡਿਆਂ ਨੂੰ ਅਲਾਉਡ ਨਹੀਂ ਸੀ, ਹੁਣ ਤਾਂ ਮੁੰਡੇ ਜਾ ਕੇ ਵੀਡੀਓ ਬਣਾਉਂਦੇ ਆ ਪੂਰੀ ਬਕਾਇਦਾ। ਔਰ ਇਹ ਜਿਹੜਾ ਗਿੱਧਾ ਜਿਹੜਾ ਵਾ ਉਹ ਮਤਲਬ ਚੱਲਦਾ ਹੈ। ਔਰ ਹੁਣ ਤੇ ਯੂਥ ਫੈਸਟੀਵਲ ਦੇ ਵਿੱਚ ਵੀ ਜਿਹੜਾ ਗਿੱਧਾ ਜਿਹੜਾ ਆ, ਤੀਆਂ ਦਾ ਗਿੱਧਾ ਵੱਖਰਾ, ਉਹਦੇ ਵਿੱਚ ਕਿਵੇਂ ਸ਼ੁਰੂ ਕਰਨਾ, ਉਹਦੀ ਸ਼ੁਰੂਆਤ ਕਿੱਦਾਂ ਕਰਨੀ, ਉਹਦਾ ਐਂਡ ਕਿੱਦਾਂ ਕਰਨਾ ਹੈ ਨਾ। ਸੋ ਉਦੋਂ ਵੀ ਜਿਹੜੀਆਂ ਤੀਆਂ ਨਾ ਜਿਵੇਂ ਜਾਣ ਲੱਗੀਆਂ ਕੁੜੀਆਂ ਬੱਲੋ ਪਾਉਂਦੀਆਂ ਸੀ, ਤੇ ਉਦੋਂ ਉਹਨਾਂ ਸਾਰੇ ਆਪਣੇ ਨਗਰ ਖੇੜੇ ਦੀ ਫਿਰ ਖੁਸ਼ ਹੋਣਾ, ਆਪਣੇ ਚਾਚਿਆਂ ਤਾਇਆਂ ਦਾ, ਆਪਣੇ ਸੁੱਖਾਂ ਪੇਕਿਆਂ ਦੀ ਸੁੱਖ ਮੰਗਣੀ ਕੁੜੀਆਂ ਨੂੰ ਹਮੇਸ਼ਾ ਹੁੰਦਾ ਨਾ। ਜਿਵੇਂ ਪਿੱਛੇ ਚੌਲ ਵੀ ਸੁੱਟਦੀਆਂ ਨਾ, ਪਿੱਛੇ ਵੀ ਸਾਡਾ ਅੰਨ-ਦਾਣਾ ਬਣਿਆ ਰਵੇ, ਤੇ ਮੇਰੇ ਬਾਬਲ ਦਾ ਵਿਹੜਾ ਭਰਿਆ ਰਵੇ, ਹਰਿਆ ਭਰਿਆ ਰਵੇ। ਤੇ ਚੌਲ ਸੁੱਟਦੀਆਂ ਤੇ ਮਾਂ ਝੋਲੀ ਪਾਉਂਦੀ, ਤੂੰ ਆਉਂਦੀ ਜਾਂਦੀ ਰਹਿਣਾ, ਏਦਾਂ ਕਿੱਦਾਂ ਹੈ ਨਾ। ਸੋ ਉਹ ਕਹਿੰਦੇ ਉੱਚੇ ਟਿੱਬੇ ਮੈਂ ਨਰਮਾ ਚੁਗਦੀ, ਚੁਗ ਚੁਗ ਲਾਵਾਂ ਢੇਰ, ਤੀਆਂ ਤੀਜ ਦੀਆਂ ਆਉਂਦੇ ਵਰੇ ਨੂੰ ਫੇਰ ਹੈ ਨਾ। ਸੋ ਇਸ ਕਰਕੇ ਤੀਆਂ ਤੀਜ ਦੀਆਂ ਹਰ ਸਾਲ ਜਿਹੜੀਆਂ ਨੇ ਸਾਉਣ ਦੇ ਮਹੀਨੇ 'ਚ ਤੀਜ ਦੇ ਦਿਨ ਮਨਾਏ ਜਾਂਦੀਆਂ, ਤੇ ਪੁੰਨਿਆ ਤੱਕ ਰੱਖੜੀ ਬੰਨ ਕੇ ਫਿਰ ਕੁੜੀਆਂ ਆਪਣੇ ਆਪਣੇ ਘਰੋਂ ਚਲੀ ਜਾਂਦੀਆਂ। ਡਾਕਟਰ ਸਾਹਿਬ, ਇਹ ਤੀਆਂ ਤਿਉਹਾਰ ਜਿਹੜੇ ਨੇ ਇਹ ਸਾਡੀਆਂ ਨਾ ਸਾਂਝਾਂ ਨੂੰ ਪਕੀਰਾ ਕਰਦੇ ਆ। ਬਿਲਕੁਲ ਵੀ ਇਹ ਸਾਡੀ ਸੋਚ ਜਿਹੜੀ ਹੈ ਵੀ ਕਿਤੇ ਇਕੱਠੇ ਹੋ ਕੇ ਬਹਿਣਾ, ਰਲਣਾ, ਆਪਸੀ ਜਿਹੜੇ ਮਨ ਦੀਆਂ ਗੱਲਾਂ ਇਹਨਾਂ ਨੂੰ ਸਾਂਝੀਆਂ ਕਰਨਾ,
ਬਿਲਕੁਲ। ਜਿੱਥੇ ਇੱਕ ਚੰਨ ਨੂੰ ਇੱਕ ਵੀਰ ਦੇ ਤੌਰ ਤੇ, ਪਿਤਾ ਦੇ ਤੌਰ ਤੇ, ਵੱਡੇ ਵੀਰ ਭਰਾ ਦੇ ਤੌਰ ਤੇ, ਉਹਦੇ ਵਿੱਚੋਂ ਜਦੋਂ ਚੰਨ ਮਾਹੀ ਨਜ਼ਰ ਆਇਆ ਤੇ ਇਹ ਜਦੋਂ ਤੀਆਂ ਜਦੋਂ ਇੱਕਦਮ ਤੁਸੀਂ ਕਿਹਾ ਕਿ 13 ਦਿਨਾਂ ਦੀਆਂ ਹੁੰਦੀਆਂ ਮੁੱਕਣ ਤੋਂ ਬਾਅਦ ਫਿਰ ਉਹਨੂੰ ਚੇਤਾ ਆਉਂਦਾ ਵੀ ਮੈਂ ਤੇ ਆਪਣਾ ਮਾਹੀ ਵੀ ਛੱਡ ਕੇ ਆਈ ਹਾਂ, ਹੁਣ ਤੇ ਪਰਤਣਾ ਹੈ। ਹਾਂ ਉਹੀ ਤੇ ਨਾ, ਉਸ ਵੇਲੇ ਜਿਹੜੀ ਇੱਧਰੋਂ ਉੱਧਰ ਜਾਣ ਦੀ ਜਿਹੜੀ ਤਿਆਰੀ ਹੈ ਉਹ ਜਿਹੜੀ ਤੇ ਮੈਂ ਨਾ ਕਹਿੰਦੇ ਉਹ ਜਿਵੇਂ ਮੇਰਾ ਵੀ ਇੱਕ ਹੈਗਾ ਗੀਤ ਉਹਦੇ ਵਿੱਚ, ਸਾਵੇ ਸਾਵੇ ਬਾਗਾਂ ਵਿੱਚ ਮੋਰ ਬੋਲੇ, ਜੀ। ਮੈਨੂੰ ਜਾਪੇ ਮੇਰਾ ਚਿੱਤ ਚਿੱਤ ਚੋਰ ਬੋਲੇ। ਸੋ ਚਿੱਤ ਚੋਰ ਜਿਹੜਾ ਫਿਰ ਤੈਨੂੰ ਚੇਤੇ ਆਉਣ ਲੱਗ ਪੈਂਦਾ ਹੈਨਾ, ਜਾਂ ਕੱਚੇ ਕੱਚੇ ਕੱਚ ਦੀਆਂ ਚੂੜੀਆਂ ਵਿੱਚ ਗੂੜੇ ਗੂੜੇ ਰੰਗ, ਗੂੜੇ ਗੂੜੇ ਰੰਗਾਂ ਵਿੱਚੋਂ ਗੂੜਾ ਨਹੀਂ ਮੇਰੇ ਮਾਹੀ ਵਾਲਾ ਰੰਗ ਹੈਨਾ। ਸੋ ਉਹ ਫਿਰ ਰੰਗ ਦਿਸਣ ਲੱਗ ਪੈਂਦਾ। ਰਿਸ਼ਤੇ ਜਿਹੜੇ ਨੇ ਆਪਣੇ ਆਪਣੇ ਹਰ ਰਿਸ਼ਤੇ ਦੀ ਆਪਣੀ ਖਾਸ ਮਹੱਤਤਾ ਹੈ, ਔਰ ਜਿਹੜੀ ਕਿ ਹਰ ਮੌਕੇ ਦੇ ਉੱਤੇ ਨਾਲ ਜੁੜੀ ਹੁੰਦੀ ਹੈ। ਹੁਣ ਅੱਜ ਕੱਲ੍ਹ ਜਿਵੇਂ ਬਾਕੀ ਮਾਹੀ ਨਾਲ ਜੁੜੇ ਰਿਸ਼ਤੇ ਕਈ ਤਿਉਹਾਰ ਨੇ, ਜਿਵੇਂ ਕਰਵਾ ਚੌਥ ਦਾ ਅੱਜ ਕੇ ਹਿੰਦੂ ਦੇ ਵਿੱਚ ਮਨਾਉਂਦੀਆਂ ਨੇ, ਸੋ ਉਹ ਮਾਹੀ ਨਾਲ ਜੁੜਿਆ, ਕੋਈ ਵੀਰਾਂ ਨਾਲ ਜੁੜਿਆ, ਕੋਈ ਪੁੱਤਰਾਂ ਨਾਲ ਜੁੜਿਆ, ਕੋਈ ਧੀਆਂ ਨਾਲ ਜੁੜਿਆ। ਸੋ ਧੀਆਂ ਦਾ ਤਿਉਹਾਰ ਜਿਹੜਾ ਉਹ ਧੀਆਂ ਨਾਲ ਜੁੜਿਆ ਨਾ। ਸੋ ਧੀਆਂ ਜਿਹੜੀਆਂ ਨੇ ਉਹ ਜਿਹੜੀਆਂ ਸਹੁਰੇ ਵੀ ਜਾਂਦੀਆਂ, ਉਹ ਧੀਆਂ ਹੀ ਸਹੁਰੇ ਜਾਂਦੀਆਂ ਹੈਨਾ, ਤੇ ਜਿਹੜੀਆਂ ਸਹੁਰਿਆਂ ਤੋਂ ਆਉਂਦੀਆਂ ਨੇ ਉਹ ਵੀ ਧੀਆਂ ਹੀ ਕਿਸੇ ਦੀਆਂ ਸਹੁਰੇ ਆਉਂਦੀਆਂ। ਸੋ ਇਹ ਧੀਆਂ ਦਾ ਤਿਉਹਾਰ ਹੈ, ਔਰ ਇਹਨੂੰ ਸਾਵੇਂ ਵੀ ਕਹਿੰਦੇ ਆ, ਇਸ ਕਰਕੇ ਸਾਉਣ ਦੇ ਮਹੀਨੇ 'ਚ ਲੱਗਦੀਆਂ ਨੇ। ਇਸ ਨੂੰ ਤੇ ਸਾਵਾ ਸਾਵਾ ਹਰਿਆਲੀ ਧਰਤੀ ਨਾਲ ਆਪਾਂ ਗੱਲਾਂ ਕੀਤੀਆਂ ਹੀ ਇਹਦੇ ਬਾਰੇ 'ਚ। ਡਾਕਟਰ ਸਾਹਿਬ, ਇਹ ਜਿਹੜਾ ਪੰਜਾਬ ਦੇ ਵਿੱਚ ਅਸੀਂ ਮਨਾਉਂਦੇ ਆ ਤੀਆਂ ਤੀਜ ਦੀਆਂ, ਪੰਜਾਬ ਤੋਂ ਬਾਹਰ ਵੀ ਇਹਨਾਂ ਦਾ ਘੇਰਾ ਹੈ। ਰਾਜਸਥਾਨ ਦੇ ਵਿੱਚ, ਹਰਿਆਣੇ ਦੇ ਵਿੱਚ ਬਿਲਕੁਲ ਮਨਾਉਂਦੇ ਇਹ ਵੀ ਹਰਿਆਲੀ ਪੂਜਾ ਕਰਦੇ ਆ, ਗੌਰੀ ਦੀ ਪੂਜਾ ਕਰਦੇ ਆ, ਬਦਾਨਾ ਵਾਰ ਪੂਜਾ ਵੀ ਕਰਦੇ ਆ। ਸੋ ਆਪਣੇ ਆਪਣੇ ਤਰੀਕੇ ਨਾਲ ਜਿਹੜਾ ਨੱਚਣਾ, ਆਪਣੇ ਆਪਣੇ ਨਾਚ, ਲੋਕ ਨਾਚ ਵੀ ਵੱਖਰੇ ਵੱਖਰੇ, ਸੰਮੀ ਹੈ, ਗਿੱਧਾ ਹੈ, ਵੱਖਰੇ ਵੱਖਰੇ ਨਾਚ ਨੇ, ਉਹ ਨੱਚਦੀਆਂ ਨੇ ਕੁੜੀਆਂ ਆਪੋ ਆਪਣੇ ਆਪਣੇ ਢੰਗ ਨਾਲ। ਹਰ ਜਗ੍ਹਾ ਤੇ ਹਰ ਤਿਉਹਾਰ ਜਿਹੜਾ ਉਹ ਆਪਣੇ ਤਰੀਕੇ ਨਾਲ ਮਨਾਇਆ ਜਾਂਦਾ। ਔਰ ਮੇਲਣਾ ਦਾ ਹੈਨਾ, ਜਿਵੇਂ ਜਾਂ ਮੇਲੀਆਂ ਦਾ, ਮਤਲਬ ਜਿਉਂਦਿਆਂ ਦੇ ਮੇਲੇ ਹੈਨਾ, ਜਿਉਂ ਮੇਲਣਾ ਮਤਲਬ ਮੇਲੇ ਤੋਂ ਬਾਅਦ ਇਕੱਠੇ ਹੋਣਾ। ਤਿਉਹਾਰ ਜਿਹੜੇ ਆਮ ਤੌਰ ਤੇ ਆਪਾਂ ਬਹੁਤੇ ਹੁੰਦੇ ਉਹ ਘਰਾਂ 'ਚ ਮੰਗਾਉਂਦੇ ਆ। ਗੱਲ ਸੁਣੋ, ਤੁਸੀਂ ਤੀਆਂ ਦੀ ਗੱਲ ਕੀਤੀ ਤਾਂ ਆਪਾਂ ਖੀਰਾਂ ਪੂੜੇ ਦੀ ਤੇ ਗੱਲ ਕੀਤੀ ਨਹੀਂ। ਬਸ ਹੁਣ ਅਸੀਂ ਉਧਰ ਹੀ ਆਉਣ ਲੱਗੇ ਸੀ ਨਾ, ਵੀ ਖਾ ਕੇ ਤੇ ਹੁਣ ਫਿਰ ਘਰ ਨੂੰ ਜਾਣਾ। ਜਿਹੜਾ ਵੀ ਦਿਨ ਤਿਉਹਾਰ ਹੈ ਉਹਦੇ ਨਾਲ ਨਾ ਵੰਨਗੀਆਂ ਵੀ ਨੇ। ਹਾਂ ਬਿਲਕੁਲ, ਵੀ ਜਿਹੜੀ ਤਿਉਹਾਰ, ਜੇ ਅਸੀਂ ਦੀਵਾਲੀ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੀਆਂ ਵੰਨ-ਸੁਵੰਨੀਆਂ ਮਠਿਆਈਆਂ ਨੇ। ਬਿਲਕੁਲ। ਤੇ ਜਦੋਂ ਅਸੀਂ ਤੀਆਂ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਮਾਲ ਪੂੜੇ, ਖੀਰ ਨਾਲ ਪੂੜੇ, ਹਾਂ ਪੂੜੇ ਪਕਾਉਂਦੇ ਹੁੰਦੇ ਸੀ ਗੁੜ ਘੋਲ ਕੇ, ਫਿਰ ਉਹਨੂੰ ਜਿਹੜਾ ਪਿੱਪਲ ਦਾ ਪੱਤਾ ਨਾ ਉਹਦੇ ਵਿੱਚ ਕਰਕੇ ਵਿੱਚੋਂ ਮੋਰੀ ਜੀ ਕੱਢ ਕੇ ਤੇ ਉਹਦੇ ਨਾਲ ਉਹਨੂੰ ਤਵੇ ਤੇ ਫੈਲਾਉਣਾ, ਤੇ ਉਹਦੇ ਨਾਲ ਖੀਰ ਦੇ ਨਾਲ ਪੂੜੇ ਖਾਣੇ। ਫਿਰ ਮਾਲ ਪੂੜੇ ਤੇ ਜਿਹੜੇ ਉਹ ਤਲ ਕੇ ਬਣਾਏ ਜਾਂਦੇ ਖੰਡ ਵਿੱਚ ਪਾ ਕੇ ਜਾਂ ਕਿੱਦਾਂ। ਸੋ ਆਪਣੇ ਆਪਣੇ ਤਰ੍ਹਾਂ ਨਾਲ ਤੇ ਪੂੜੇ ਅੱਜ ਕੱਲ੍ਹ ਉਹ ਬਾਜ਼ਾਰਾਂ ਵਿੱਚ ਵੀ ਤੁਸੀਂ ਵੇਖਦੇ ਮਿਠਾਈਆਂ ਪੂੜੇ ਵਿਕਦੇ ਵੀ ਹੈ, ਉਹਨਾਂ ਨੂੰ ਪਤਾ ਹੁੰਦਾ ਕੁੜੀਆਂ ਪੂੜੇ ਖੀਰ ਪੂੜੇ ਖਾਏ। ਖੀਰਾਂ ਪੂੜਿਆਂ ਦਾ ਕਿਉਂਕਿ ਉਹ ਤਾਂ ਬਰਸਾਤ ਹੁੰਦੀ, ਬਰਸਾਤ ਵਿੱਚ ਉਹ ਖੀਰਾਂ ਦੁੱਧ ਨਾਲ ਰਿੱਝਦੇ ਦੁੱਧ ਵਿੱਚ ਖੀਰਾਂ ਮੱਠੀ ਅੱਗੇ ਹੈਨਾ ਰਿੱਝਦੀ ਰਹਿਣੀ, ਖੀਰ ਵਿੱਚ ਕੜਛੀਆਂ ਮਾਰੀ ਜਾਣੀਆਂ, ਨਾਲ ਗੀਤ ਗਾਈ ਜਾਣੇ ਹੈਨਾ। ਸੋ ਉਹ ਇੱਕ ਵੱਖਰਾ ਚਾਅ ਜਿਹੜਾ ਹੁੰਦਾ ਸੀਗਾ, ਇੱਕ ਹੁਲਾਸ ਜਿਹੜਾ ਸਾਰਿਆਂ ਦੇ ਵਿੱਚ ਸੀਗਾ, ਉਹ ਮਤਲਬ ਸਾਰੇ ਖੇੜਾ ਹੀ ਖੇੜਾ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ। ਸੋ ਹਰ ਵੇਲੇ ਖੁਸ਼ੀ ਦਾ ਮਾਹੌਲ ਤੇ ਖਾਣਾ ਪੀਣਾ ਵੀ, ਤੇ ਕੁੜੀਆਂ ਫਿਰ ਆਉਂਦੀਆਂ ਸਹੁਰਿਆਂ ਤੋਂ, ਫਿਰ ਜਦੋਂ ਜਵਾਈ ਜਿਹੜੇ ਆਉਂਦੇ ਉਹਨਾਂ ਦੀ ਵੀ ਬੜੀ ਪੂਰੀ ਸੇਵਾ ਭਗਤ ਹੁੰਦੀ ਹੈ, ਉਹਨਾਂ ਦੀ ਵੀ ਟਹਿਲ ਸੇਵਾ ਹੁੰਦੀ ਹੈ। ਬਿਲਕੁਲ, ਜਵਾਈ ਤਾਂ ਹੁੰਦਾ ਨਾ, ਤੇ ਜਵਾਈ ਦਾ ਤਾਂ ਖਾਸ ਤੌਰ ਤੇ ਹੁੰਦਾ ਨਾ। ਤੇ ਜਦੋਂ ਤੀਆਂ ਮੁੱਕਦੀਆਂ ਨੇ, ਜਦੋਂ ਉਹਨਾਂ ਨੇ ਆਪਣੇ ਆਪਣੇ ਘਰੀ ਜਾਣਾ, ਉਦੋਂ ਫਿਰ ਉਹਨਾਂ ਦਾ ਉਹ ਚੰਨ ਮਾਹੀ ਲੈਣ ਆਉਂਦਾ, ਉਹਨਾਂ ਨੂੰ ਚੰਨਮਾਈ ਲੈਣ ਆਉਂਦਾ ਹੋਏਗਾ ਜਾਂ ਛੱਡਣ ਜਾਂਦੇ, ਕਹਿੰਦੇ ਹੋਣਗੇ ਛੱਡ ਜੋ, ਦੋਵੇਂ ਤਰ੍ਹਾਂ ਹੀ। ਇਹ ਸਾਡੇ ਰਿਵਾਜ ਦੇ ਵਿੱਚ ਦੋਵੇਂ ਨੇ। ਉਹ ਜਵਾਈ ਲੈਣ ਆਉਂਦੇ, ਕਿਉਂਕਿ ਉਹ ਲੈਣ ਜਿਹੜਾ ਉਹ ਨਾ ਜਦੋਂ ਨਾ ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰਵੇ, ਮੈਂ ਨਹੀਂ ਸਾਰੇ ਜਾਣਾ, ਗੱਡੀ ਨੂੰ ਖਾਲੀ ਤੋਰਦੇ। ਸੋ ਇਹਦਾ ਮਤਲਬ ਉਹ ਲੈਣ ਆਉਂਦੇ ਆ, ਕਿਉਂਕਿ ਉਹਨਾਂ ਦਾ ਵੀ ਤਾਂ ਜੀ ਨਹੀਂ ਲੱਗਦਾ ਉੱਥੇ, ਉਹਨਾਂ ਬਿਨਾਂ ਉੱਧਰ ਵੀ ਰੌਣਕ ਨਹੀਂ, ਵਿਹੜਾ ਭਾਂ ਕਰਦਾ, ਉੱਧਰ ਤੇ ਇੱਕ ਕਿਸਮ ਦੀ ਮੱਸਿਆ ਹੋ ਜਾਂਦੀ ਹੈ। ਫਿਰ ਉਹ ਜਦੋਂ ਉੱਧਰ ਜਾਂਦੀਆਂ, ਫਿਰ ਉਹ ਚੰਨ ਹੌਲੀ ਚੜ੍ਹਦਾ ਉੱਧਰ ਨੂੰ, ਤੇ ਉਹ ਫਿਰ ਚੰਨ ਮਾਈ ਬਣ ਕੇ ਉੱਧਰ ਬਣਦਾ। ਸੋ ਇੱਕ ਸਾਲ ਦੇ ਵਿੱਚ ਜਿਹੜੀਆਂ ਹਰ ਸਾਲ ਸਾਉਣ ਦੇ ਮਹੀਨੇ ਵਿੱਚ ਤੀਆਂ ਜਿਹੜੀਆਂ ਉਹ ਲੱਗਦੀਆਂ ਨੇ। ਇਸੇ ਤਰ੍ਹਾਂ ਇੰਸ਼ਾਅੱਲਾ ਇਹ ਤੀਆਂ ਜਿਹੜੀਆਂ ਨੇ ਉਹ ਧੀਆਂ ਦੇ ਕਰਕੇ, ਵਿਆਹੰਦੜਾਂ ਦੇ ਕਰਕੇ, ਰੌਣਕਾਂ ਦੇ ਨਾਲ ਵਿਹੜਿਆਂ ਦੇ ਵਿੱਚ ਇਸੇ ਤਰ੍ਹਾਂ ਲੱਗਦੀਆਂ ਰਹਿਣ। ਪਿੱਪਲ ਨਹੀਂ, ਬੋੜ ਨਹੀਂ, ਤੇ ਜਿੱਥੇ ਜਿੱਥੇ ਮੌਕਾ ਲੱਗਦਾ
ਘੱਟੋ ਘੱਟ ਉੱਥੇ ਇੱਕ ਘੇਰਾ ਬੰਨ੍ਹ ਕੇ ਤੇ ਇਹ ਤੀਆਂ ਲੱਗਦੀਆਂ ਜ਼ਰੂਰ ਰਹਿਣ। ਹਾਂ, ਮੈਂ ਤੇ ਤਾਂ ਜਾਂਦੇ ਕਹਿੰਦੀ ਜਾਂਦੇ ਹੁਣ- ਬਸ ਇਹੀ ਕਿ ਇਹ ਜਿਹੜੀਆਂ ਤੀਆਂ ਨੇ, ਜਿੱਥੇ ਸੌਣ ਨੂੰ ਕਹਿੰਦੇ ਨਾ ਕਿ ਸੌਣ ਵੀਰ ਇਕੱਠੀਆਂ ਕਰੇ, ਹਾਂ ਭਾਦੋ ਚੰਦਰੀ ਵਿਛੋੜੇ ਪਾਵੇ, ਹਾਂ, ਵੀ ਉਹ ਜਦੋਂ ਉਹ ਅਗਲਾ ਮਹੀਨਾ ਚੜ ਜਾਂਦਾ ਹੈ, ਉਦੋਂ ਫਿਰ ਉਹ ਜਦੋਂ ਪਿਛਲੀਆਂ ਯਾਦਾਂ ਨੂੰ ਹੌਲੀ ਹੌਲੀ ਗਠੜੀ ਨੂੰ ਪਦਰਕਾ ਸਮੇਟਦੀਆਂ ਨੇ ਤੇ ਫਿਰ ਆਪਣੇ ਆਪਣੇ ਘਰਾਂ ਨੂੰ ਪਰਤ ਜਾਂਦੀਆਂ ਨੇ। ਕਰਨ ਪਰਤਦੀਆਂ ਤੇ ਫਿਰ ਆਉਣ ਵਾਲੀਆਂ ਤੀਆਂ ਦਾ ਚਾਅ ਤੇ ਹੋਰ ਬਾਕੀ ਚਾਅ ਜੀ। ਕਈ ਤਰ੍ਹਾਂ ਦੇ ਜਿਹੜੇ ਆ ਜੀ। ਉਹ ਮਤਲਬ ਜੀ। ਪਹਿਲਾ ਸੌਣ ਜਿਹੜਾ ਉਹ ਖਾਸ ਕਰਕੇ ਜੀ। ਜਿਹੜੀਆਂ ਨਵੇਂ ਨਵੇਂ ਆ ਇਹਨਾਂ ਤਿਉਹਾਰਾਂ ਦਾ ਇੱਕ ਸੁਨੇਹਾ ਵੀ ਜਾਂਦੇ ਜਾਂਦੇ ਸਾਨੂੰ ਦੇ ਕੇ ਜਾਓ। ਬਸ ਇਹ ਹੈ ਕਿ ਜਿਵੇਂ ਇਹਦੇ ਵਿੱਚ ਜਿਵੇਂ ਆਪਾਂ ਤੀਆਂ ਦੇ, ਮੈਂ ਇਹ ਕਹੂੰਗੀ ਬਹੁਤ ਸ਼ਿੱਦਤ ਨਾਲ, ਬਹੁਤ ਪਿਆਰ ਨਾਲ, ਕਿਉਂਕਿ ਅੱਜ ਕੱਲ੍ਹ ਜਿਹੜਾ ਸਾਡੇ ਝਗੜੇ ਝੇੜੇ ਧਰਮਾਂ ਜਾਤਾਂ ਪਾਤਾਂ ਦੇ ਤੇ ਅਜੇ ਵੀ ਨਹੀਂ ਮੁੱਕੀਆਂ ਜੀ। ਹੈ ਨਾ। ਸੋ ਮੈਂ ਕਹਿੰਦੀ ਵੀ ਜਿਵੇਂ ਤੀਆਂ ਦੇ ਵਿੱਚ ਕੁੜੀਆਂ ਸਭ ਭੁੱਲ ਜਾਂਦੀਆਂ, ਕੌਣ ਹੈ, ਕੋਈ ਕਿਹੜੀ ਜਾਤ ਦੀ ਹੈ, ਕਿਹੜੀ ਧਰਮ ਦੀ ਹੈ, ਜੀ। ਭੁੱਲ ਜਾਂਦਾ। ਜੀ। ਤੇ ਮੈਂ ਕਹਿੰਦੀ ਜੇ ਅਸੀਂ ਇਹ ਗੱਲਾਂ ਸਾਰੀਆਂ ਭੁੱਲ ਜਾਈਏ ਜੀ। ਤੇ ਬਾਬੇ ਨਾਨਕ ਦੀ ਗੱਲ ਨੂੰ ਯਾਦ ਰੱਖੀਏ, ਜੀ। ਮਾਨਸ ਕੀ ਜਾਤ, ਇੱਕੋ ਜੀ। ਜਾਤ, ਮਤਲਬ ਜੀ। ਮਾਨਸ ਕੀ ਜਾਤ ਸਭੇ ਸਭੇ ਇੱਕ ਇੱਕ ਪਹਿਚਾਨ ਪਹਿਚਾਨ ਵੋ, ਹੈ ਨਾ। ਸੋ ਮਤਲਬ ਜੇ ਇੱਧਰ ਨੂੰ ਅਸੀਂ ਆ ਜਾਈਏ, ਸਭ ਝਗੜੇ ਝੇੜੇ ਮੁੱਕ ਜਾਣ, ਜੀ। ਕੋਈ ਤੂੰ ਤੇਰ ਮੇਰ ਮੁੱਕ ਜਾਵੇ, ਜੀ। ਆਪਾਂ ਸਾਰੇ ਰੱਬ ਦੇ ਜੀ ਆ। ਜੀ। ਧਰਤੀ ਸਾਡਾ ਹੁਣ ਤਾਂ ਵੈਸੇ ਜਿਹੜੀਆਂ ਬਾਹਰ ਵੀ ਤੀਆਂ, ਇੰਗਲੈਂਡ ਤੇ ਕੈਨੇਡਾ, ਅਮਰੀਕਾ, ਸਭ ਜਗ੍ਹਾ ਵਿਦੇਸ਼ਾਂ ਦੇ ਤੀਆਂ ਵਿੱਚ, ਜਿਹੜੀਆਂ ਜੀ। ਉੱਥੇ ਲੱਗਦੀਆਂ ਨੇ। ਜੀ। ਸੋ ਹੁਣ ਇੱਕ ਧਰਤੀ ਵੀ ਇੱਕ ਪਿੰਡ ਬਣ ਬਣ ਗਈ ਗਿਆ, ਹੈ। ਇੱਕ ਪਿੰਡ ਜੀ। ਬਣ ਗਿਆ। ਜੀ। ਵੈਸੇ ਵੀ ਸਾਡਾ ਗ੍ਰਹਿ ਦੇ ਵਿੱਚੋਂ ਇੱਕ ਪਲੈਨਟ ਆ, ਜੀ। ਉਹ ਇੱਕ ਪੂਰੀ ਧਰਤੀ ਸਾਡੀ ਜੀ। ਆਪਣੀ ਹੈ, ਜੀ। ਔਰ ਸਾਰੀ ਘੁੰਮਦੀ ਰਹਿੰਦੀ ਹੈ। ਜੀ। ਇੱਕ ਘੁਮਿਆਰ ਵਾਂਗੂ, ਜਿਵੇਂ ਘੁਮਿਆਰ ਚੱਕ ਤੇ ਭਾਂਡੇ ਘੜਦਾ, ਜੀ। ਤੇ ਇਹ ਵੀ ਭਾਂਡੇ ਘੜ ਕੇ ਝੂਟੇ ਦਿੰਦੀ ਰਹਿੰਦੀ ਹੈ, ਜੀ। ਸਾਨੂੰ ਸਾਰਿਆਂ ਨੂੰ ਘੁਮਾਉਂਦੀ ਜੀ। ਰਹਿੰਦੀ ਹੈ, ਜੀ। ਚੁੱਕ ਕੇ ਗੋਦੀ ਵਿੱਚ ਇੱਕ ਜੀ। ਕਿਸਮ ਦੇ ਝੂਟੇ ਦੇ ਰਹੀ ਹੈ ਝੂਟੇ। ਸਾਨੂੰ ਸਾਰੇ। ਤੇ ਇਹ ਜਿਹੜੇ ਸੋ- ਝੂਟੇ ਨੇ, ਇਹ ਸੌਣ ਦੀਆਂ ਪੀਂਘਾਂ ਦੇ ਹੁਲਾਰੇ ਜਿਹੜੇ ਨੇ, ਹਾਂ। ਉਹ ਸਭ ਦੇ ਘਰਾਂ ਦੇ ਵਿੱਚ, ਸਭ ਦੇ ਨਗਰ ਖੇੜਿਆਂ ਦੇ ਵਿੱਚ ਖੁਸ਼ੀ ਦਾ, ਖਲੂਸ ਦਾ, ਸ਼ਾਂਤੀ ਦਾ, ਪਿਆਰ ਦਾ, ਮੁਹੱਬਤ ਦਾ, ਇਖਲਾਕ ਦਾ ਸੁਨੇਹਾ ਲੈ ਕੇ ਆਏ। ਇਹੀ ਪਿਆਰ ਦਾ ਸੁਨੇਹਾ ਹੀ ਮੈਂ ਵੀ ਦੇਣਾ ਚਾਹੁੰਦੀ ਹਾਂ। ਬਹੁਤ ਕਿਉਂਕਿ- ਬਹੁਤ ਧੰਨਵਾਦ, ਤੁਸੀਂ ਸਟੂਡੀਓ ਵਿੱਚ ਆਏ। ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੌਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ, ਸੌਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ, ਭਿੱਜ ਗਈ ਰੂ ਮਿੱਤਰਾ ਸ਼ਾਮ ਕਟਾ ਚੜ ਆਈਆਂ, ਭਿੱਜ ਗਈ ਰੂ ਮਿੱਤਰਾ ਸ਼ਾਮ ਕਟਾ ਚੜ ਆਈਆਂ, ਭਿੱਜ ਗਈ ਰੂ ਮਿੱਤਰਾ। ਸੌਣ ਮਹੀਨਾ ਦਿਨ ਤੀਆਂ ਦੇ ਛਮ ਛਮ ਪੈਣ ਫੁਹਾਰਾਂ, ਸੌਣ ਮਹੀਨਾ ਦਿਨ ਤੀਆਂ ਦੇ ਛਮ ਛਮ ਪੈਣ ਫੁਹਾਰਾਂ, ਸੌਣ ਮਹੀਨਾ ਦਿਨ ਤੀਆਂ ਦੇ ਛਮ ਛਮ ਪੈਣ ਫੁਹਾਰਾਂ। ਕੁਦਰਤ ਹੱਸਦੀ ਆ ਜਿੱਧਰ ਚਾਤੀ ਮਾਰਾਂ, ਕੁਦਰਤ ਹੱਸਦੀ ਆ ਜਿੱਧਰ ਚਾਤੀ ਮਾਰਾਂ, ਕੁਦਰਤ ਹੱਸਦੀ